ਸੋ ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਇਸ ਵੇਲੇ ਮੇਰੇ ਨਾਲ ਪੰਜਾਬ ਤੋਂ ਸਿਰਮੌਰ ਪੱਤਰਕਾਰ ਜਨਾਬ ਜਤਿੰਦਰ ਪੰਨੂ ਜੀ ਹਾਜ਼ਰ ਨੇ ਫੋਨ ਲਾਈਨ ਦੇ ਰਾਹੀਂ, ਅਤੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ, ਹਾਲ ਜਾਣਦੇ ਹਾਂ ਪੰਜਾਬ ਦੇ ਨਾਲ ਨਾਲ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਕੀ ਹੋਇਆ, ਅਤੇ ਖਾਸ ਕਰਕੇ ਅੱਜ ਜਿੱਥੇ ਸਾਰਿਆਂ ਦੀ ਨਜ਼ਰ ਰਹੀ ਹੈ US ਦੀਆਂ ਇਲੈਕਸ਼ਨਸ ਦੇ ਜਿਹੜੇ ਰਿਜ਼ਲਟ ਨੇ ਉਹ ਸਾਹਮਣੇ ਆ ਰਹੇ ਨੇ, ਸੋ ਉਹਨਾਂ ਦੇ ਬਾਬਤ ਵੀ ਪੁੱਛਦੇ ਚੱਲਾਂਗੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ, ਆਏ ਨੂੰ ਰੇਡੀਓ ਸਪਾਈਸ 'ਤੇ। ਜੀ ਪੰਨੂ ਸਾਹਿਬ, ਕੀ ਹਾਲ ਚਾਲ ਹੈ? ਤੁਹਾਡੀ ਸਿਹਤਾਂ ਠੀਕ ਨੇ ਜੀ? ਠੀਕ ਹੈ ਜੀ, ਬਿਲਕੁਲ ਜੀ। ਅਤੇ ਪੰਨੂ ਸਾਹਿਬ, ਹੁਣ ਮਾਹੌਲ ਦੀ ਜੇਕਰ ਮੈਂ ਗੱਲ ਕਰਾਂ ਤਾਂ ਅਸੀਂ ਜ਼ਰੂਰ ਪੰਜਾਬ ਦੇ ਅੰਦੋਲਨ ਦੇ ਬਾਬਤ ਗੱਲਾਂ ਕਰਨੀਆਂ ਨੇ, ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ, ਪਰ ਅੱਜ ਦੀ ਅਸੀਂ ਖਾਸ ਇੱਕ ਜਿਹੜੀ ਮੇਨ ਹਾਈਲਾਈਟ ਰਹੀ ਹੈ, ਸਾਰਾ ਦਿਨ ਕੰਮਾਂ ਕਾਰਾਂ 'ਤੇ ਰੁੱਝਿਆਂ ਹੋਇਆਂ ਦੇ ਬਾਵਜੂਦ ਹਰੇਕ ਦਾ ਧਿਆਨ ਬਾਰ-ਬਾਰ ਜਾਂਦਾ ਸੀ ਜਿਹੜੀ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸੋ ਟਰੰਪ ਅਤੇ ਜੋ ਬਾਈਡਨ ਦੇ ਜਿਹੜਾ ਇਹ ਰੇਸ ਚੱਲ ਰਹੀ ਹੈ, ਸੋ ਇਸ ਦੇ ਬਾਬਤ ਤਾਜ਼ਾ ਤਰੀਨ ਅਪਡੇਟ ਕੀ ਹੈ ਜੀ? ਦੇਖੋ, ਇੱਥੇ ਜਿਹੜੀਆਂ ਚਾਰ ਸਾਈਟ 'ਤੇ ਆਮ ਤੌਰ 'ਤੇ ਖਬਰਾਂ ਦੇ ਰਹੀਆਂ ਨੇ, ਮੈਂ ਉਹਨਾਂ ਨੂੰ ਧਿਆਨ ਨਾਲ ਵੇਖਦਾ ਵੀ ਪਿਆ, ਸੁਣਦਾ ਵੀ ਪਿਆ ਜੀ। ਉਹਨਾਂ ਚਾਰਾਂ ਦੀਆਂ ਰਿਪੋਰਟਾਂ ਅਮਰੀਕਾ ਦੀ ਚੋਣ ਦੇ ਸੰਬੰਧ 'ਚ ਵੱਖੋ ਵੱਖ ਆ ਰਹੀਆਂ ਨੇ ਜੀ। ਕੋਈ 264 ਵੋਟਾਂ ਦੇ ਰਿਹਾ ਉਹਨੂੰ ਜੋ ਬਾਈਡਨ ਨੂੰ, ਕੋਈ 253, ਕੋਈ 243 ਜੀ। ਪਰ ਇਸ ਗੱਲ ਤੇ ਲਗਭਗ ਸਾਰਿਆਂ ਦੀ ਸਹਿਮਤੀ ਹੈ ਕਿ ਡੋਨਲਡ ਟਰੰਪ ਜੀ ਕੁਝ ਰਾਜ ਜਿਹੜੇ ਫਸੇ ਹੋਏ ਨੇ, ਐਰੀਜ਼ੋਨਾ, ਪੈਨਸਿਲਵੇਨੀਆ ਵਗੈਰਾ, ਇਹਨਾਂ ਦੇ ਉੱਤੇ ਜਾ ਕੇ ਅਜੇ ਕਾਊਂਟਿੰਗ ਚੱਲਦੀ ਹੈ, ਅੜਿੱਕਾ ਪੈ ਸਕਦਾ ਜੀ। ਉਹਨਾਂ ਦਾ ਸਿਸਟਮ ਭਾਰਤ ਦੇ ਸਿਸਟਮ ਤੋਂ ਵੀ ਵੱਖਰਾ ਤੇ ਅਮਰੀਕਾ ਦੇ ਸਿਸਟਮ ਨਾਲੋਂ ਵੀ ਵੱਖਰਾ ਜੀ। ਤੁਸੀਂ ਹੁੰਦੀ ਗਿਣਤੀ ਚੋਂ ਕੁਝ ਗੱਲਾਂ ਸ਼ਾਇਦ ਸਮਝ ਹੀ ਗਏ ਹੋਵੋਗੇ। ਤਰੀਕਾ ਉਹਨਾਂ ਦਾ ਇਸ ਤਰ੍ਹਾਂ ਕਿ ਮਿਸਾਲ ਦੇ ਤੌਰ ਤੇ ਪੰਜਾਬ ਵਿੱਚ ਪਾਰਲੀਮੈਂਟ ਦੀਆਂ 13 ਸੀਟਾਂ ਨੇ ਜੀ। ਫਰਜ਼ ਕਰੋ ਕਿ ਜੇ ਚੋਣ ਹੁੰਦੀ ਆ, ਰਾਸ਼ਟਰਪਤੀ ਵਾਸਤੇ ਵੀ ਵੋਟਾਂ ਪੈਂਦੀਆਂ, ਉਪ ਰਾਸ਼ਟਰਪਤੀ ਵਾਸਤੇ ਵੀ ਤੇ ਪਾਰਲੀਮੈਂਟ ਮੈਂਬਰ ਵਾਸਤੇ ਵੀ ਜੀ। ਜੇ ਇੱਥੋਂ ਸੀਟਾਂ ਦੇ ਵਿੱਚੋਂ ਫਰਜ਼ ਕਰੋ 8 ਸੀਟਾਂ ਪਿਛਲੀ ਵਾਰੀ ਕਾਂਗਰਸ ਲੈ ਗਈ ਸੀ ਜੀ, 5 ਸੀਟਾਂ ਆਪੋਜੀਸ਼ਨ ਲੈ ਕੇ ਗਈ ਸੀ ਠੀਕ। ਜੇ ਇੱਥੋਂ 8-5 ਹੋ ਜਾਵੇ ਜੀ ਤੇ ਪਾਰਲੀਮੈਂਟ ਦੇ ਵਿੱਚ ਤਾਂ 8 ਕਾਂਗਰਸ ਦੇ ਜਾਣਗੇ ਤੇ ਜਿਹੜੇ ਹੈਗੇ ਨੇ 5 ਆਪੋਜੀਸ਼ਨ ਦੇ ਹੋਣਗੇ, ਪਾਰਲੀਮੈਂਟ ਚ ਇਸੇ ਤਰ੍ਹਾਂ ਹੀ ਹੋਣਗੇ। ਪਰ ਰਾਸ਼ਟਰਪਤੀ ਵਾਸਤੇ ਇਹ 8 ਤੇ 5 13 ਸਿੱਧੀਆਂ ਕਾਂਗਰਸ ਦੇ ਖਾਤੇ ਜਾਣਗੀਆਂ। ਦੋਵਾਂ ਚੋਂ ਜਿਹੜੀ ਪਾਰਟੀ ਜਿੱਤ ਜਾਂਦੀ ਹੈ ਉਹਦੇ ਖਾਤੇ ਜਾਣਗੀਆਂ। ਹੁਣ ਮਿਸਾਲ ਦੇ ਤੌਰ ਤੇ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਚ 55 ਸੀਟਾਂ ਨੇ ਪਾਰਲੀਮੈਂਟ ਦੀਆਂ ਜੀ। ਉਹਨਾਂ 55 ਦੇ ਵਿੱਚੋਂ ਜੇ ਫਰਜ਼ ਕਰੋ 28 ਸੀਟਾਂ ਜਿਹੜੀਆਂ ਨੇ ਉਹ ਜੋ ਬਾਈਡਨ ਲੈ ਜਾਂਦਾ ਤੇ 27 ਡੋਨਲਡ ਟਰੰਪ, ਉਹਦਾ ਨਤੀਜਾ ਆ ਚੁੱਕਾ। ਮੈਂ ਨਤੀਜੇ ਦੀ ਗੱਲ ਨਹੀਂ ਕਰਦਾ, ਮੈਂ ਇੱਕ ਮਿਸਾਲ ਦੇ ਤੌਰ ਤੇ ਦੱਸ ਰਿਹਾ ਜੀ। ਜੇ 27 ਡੋਨਲਡ ਟਰੰਪ ਦੀ ਪਾਰਟੀ ਰਿਪਬਲਿਕਨ ਲੈ ਜਾਂਦੀ ਆ ਤੇ ਉਹਨਾਂ ਦੀ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਆ ਉਹਦੇ ਵਿੱਚ ਤਾਂ ਕੈਲੀਫੋਰਨੀਆ ਚੋਂ 28 ਇੱਕ ਦੇ ਤੇ 27 ਇੱਕ ਦੇ ਜਾਣਗੇ। ਪਰ ਜਿਹੜਾ ਪੂਰੇ ਦਾ ਪੂਰਾ ਨਤੀਜਾ ਉਹ ਸਟੇਟ ਦਾ 28 ਤੇ 27 55 ਉਹ ਜੇਤੂ ਜਿਹੜਾ ਜਿਹਦੀਆਂ ਵੱਧ ਸੀਟਾਂ ਉਹਦੇ ਖਾਤੇ 'ਚ ਲਿਖਿਆ ਜਾਵੇਗਾ, ਯਾਨੀ ਜੋ ਬਾਈਡਨ ਦੇ ਖਾਤੇ 'ਚ ਚਲਾ ਜਾਵੇਗਾ। ਇਸ ਤਰ੍ਹਾਂ ਦਾ ਉਹਨਾਂ ਦਾ ਰਿਜ਼ਲਟ ਹੈ। ਜਿਹੜੀ ਇਹ ਸਥਿਤੀ ਹੁੰਦੀ ਆ, ਇਹਦੇ ਵਿੱਚ ਟੋਟਲ ਸੀਟਾਂ ਉਹਨਾਂ ਦੀਆਂ 538 ਨੇ ਤੇ ਰਾਸ਼ਟਰਪਤੀ ਉਹ ਬਣਦਾ ਜਿਹਦੇ ਕੋਲ ਵੱਖ-ਵੱਖ ਸੂਬਿਆਂ 'ਚੋਂ ਇਸੇ ਤਰ੍ਹਾਂ ਮੈਜੋਰਟੀ ਸੀਟਾਂ ਗਿਣ ਕੇ ਤੇ ਅੰਤੋਂ 270 ਸੀਟਾਂ ਹੋ ਜਾਣ। ਕਈ ਵਾਰੀ ਰਾਸ਼ਟਰਪਤੀ ਉਹ ਬਣ ਜਾਂਦਾ ਜਿਹਦੀਆਂ ਟੋਟਲ ਵੋਟਾਂ ਘੱਟ ਹੁੰਦੀਆਂ। ਪਿਛਲੀ ਵਾਰੀ ਡੋਨਲਡ ਟਰੰਪ ਰਾਸ਼ਟਰਪਤੀ ਚੁਣਿਆ ਗਿਆ ਸੀ, ਹਿਲਰੀ ਕਲਿੰਟਨ ਹਾਰ ਗਈ ਸੀ, ਪਰ ਹਿਲਰੀ ਕਲਿੰਟਨ ਦੀਆਂ ਟੋਟਲ ਵੋਟਾਂ ਡੋਨਲਡ ਟਰੰਪ ਨਾਲੋਂ 2.5 ਲੱਖ ਵੱਧ ਸੀਗੀਆਂ। ਤੁਹਾਡੇ ਨਿਊਜ਼ੀਲੈਂਡ ਦੇ ਵਿੱਚ ਵੀ ਤੁਸੀਂ ਵੇਖਿਆ ਹੋਵੇਗਾ, ਘੱਟੋ ਘੱਟ 2 ਵਾਰੀਆਂ ਦਾ ਤੇ ਮੈਨੂੰ ਪਤਾ ਉਹ ਪਾਰਟੀ ਜਿਹੜੀ ਆ ਉਹ ਸਰਕਾਰ ਬਣਾ ਗਈ, ਜੇਤੂ ਹੋ ਗਈ, ਜਿਹੜੀ ਪਾਰਟੀ ਦੀਆਂ ਪਾਪੂਲਰ ਵੋਟਾਂ ਘੱਟ ਸਨ ਪਰ ਸੀਟਾਂ ਵੱਧ ਲੈ ਗਈ ਸੀ। ਤੇ ਇਸ ਤਰ੍ਹਾਂ ਵੀ ਹੋ ਜਾਂਦਾ। ਇਹ ਜਿਹੜੀਆਂ ਸਥਿਤੀਆਂ ਇਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਉੱਥੇ ਅਜੇ ਤੱਕ ਦੀ ਪੋਜੀਸ਼ਨ 'ਚ ਡੋਨਲਡ ਟਰੰਪ ਜਿਹੜਾ ਉਹ ਬਹੁਤ ਪਛੜ ਗਿਆ ਤੇ ਜੋ ਬਾਈਡਨ ਕਾਫੀ ਅੱਗੇ ਆ। ਪਰ ਡੋਨਲਡ ਟਰੰਪ ਨੇ ਕੱਲ ਕਾਊਂਟਿੰਗ ਹੁੰਦੀ ਦੇ ਦਰਮਿਆਨ ਹੀ ਇੱਕ ਵਾਰੀ ਫੇਰ ਟਵਿੱਟਰ ਤੇ ਕਹਿਤਾ ਕਿ ਜੋ ਮਰਜ਼ੀ ਕਰੀ ਜਾਓ, ਜਿੱਤਣਾ ਮੈਂ ਆ। ਤੇ ਟਵਿੱਟਰ ਨੇ ਉਹਦੇ ਜਿਹੜਾ ਹੈਗਾ ਸੀ ਇਹ ਬਿਆਨ ਉਹ ਜਾਰੀ ਵੀ ਕਰ ਦਿੱਤਾ, ਰੋਕਿਆ ਨਹੀਂ, ਨਾਲ ਵਾਰਨਿੰਗ ਲਾਤੀ ਕਿ ਬਿਆਨ ਠੀਕ ਨਹੀਂ ਗਾ। ਇਹਦੇ ਉੱਤੇ ਡੋਨਲਡ ਟਰੰਪ ਦੀ ਪਾਰਟੀ ਵਾਲੇ ਭੜਕੇ ਵੀ ਆ। ਉਹ ਕਹਿੰਦੇ ਅਸੀਂ ਸੁਪਰੀਮ ਕੋਰਟ ਜਾਵਾਂਗੇ, ਆਹ ਕਰਾਂਗੇ, ਉਹ ਕਰਾਂਗੇ। ਪਿਛਲੇ ਸਮਿਆਂ 'ਚ ਇਹੋ ਜਿਹੇ ਮੌਕੇ ਆਉਂਦੇ ਰਹੇ
ਇੱਕ ਮੌਕਾ ਇਸ ਤਰ੍ਹਾਂ ਦਾ ਸੀ ਕਿ ਜਦੋਂ 3 ਕੈਂਡੀਡੇਟਾਂ 'ਚ ਮੁਕਾਬਲਾ ਸੀ ਤੇ ਉਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਵੋਟਾਂ ਵਾਲਾ ਸੀ ਉਹ ਵੀ ਅੱਧੀਆਂ ਵੋਟਾਂ ਜਿਹੜੀਆਂ ਨੇ 270 ਪੂਰੀਆਂ ਨਹੀਂ ਸੀ ਕਰ ਸਕਿਆ। ਇਸ ਕਰਕੇ ਮਾਮਲਾ ਫਿਰ ਹਾਊਸ ਆਫ ਰਿਪਰੈਜ਼ੈਂਟੇਟਿਵ ਯਾਨੀ ਪਾਰਲੀਮੈਂਟ ਦਾ ਜਿਹੜਾ ਹੇਠਲਾ ਹਾਊਸ ਹੈ ਲੋਕਾਂ ਵੱਲੋਂ ਚੁਣਿਆ, ਉੱਥੇ ਚਲਾ ਗਿਆ। ਉੱਥੇ ਜਾ ਕੇ ਫਿਰ ਪਤਾ ਸੀ ਕਿ ਜੇ ਤਿੰਨਾਂ 'ਚ ਮੁਕਾਬਲਾ ਹੋਇਆ ਤੇ ਜੇਤੂ ਕੋਈ ਨਹੀਂ ਹੋ ਸਕਦਾ, 270 ਕਿਸੇ ਦੀਆਂ ਵੀ ਨਹੀਂ ਬਣਨੀਆਂ। ਇਸ ਕਰਕੇ ਜਿਹੜੇ ਹੇਠਲੇ ਦੋਵੇਂ ਸੀ, ਦੂਜੇ ਤੇ ਤੀਜੇ ਨੰਬਰ ਵਾਲੇ, ਉਹਨਾਂ ਨੇ ਆਪੋ 'ਚ ਸਮਝੌਤਾ ਕਰ ਲਿਆ। ਉਹਨਾਂ 'ਚ ਜਿਹੜਾ ਵੱਧ ਸੀਟਾਂ ਵਾਲਾ ਸੀ ਉਹ ਰਾਸ਼ਟਰਪਤੀ ਬਣ ਗਿਆ ਤੇ ਦੂਸਰਾ ਜਿਹੜਾ ਉਹਦੇ ਨਾਲ ਦਾ ਸੀ ਉਹਨੇ ਵਿਦੇਸ਼ ਮੰਤਰੀ ਬਣਾ ਲਿਆ। ਇਸ ਤਰ੍ਹਾਂ ਕਰ ਲਿਆ ਤੇ ਜਿਹੜਾ ਸਾਰਿਆਂ ਤੋਂ ਵੱਧ ਸੀਟਾਂ ਵਾਲਾ ਸੀ ਉਹ ਇਕੱਲਾ ਰਹਿ ਜਾਣ ਕਰਕੇ ਇੱਕ ਪਾਸੇ ਨੁਕਰੇ ਲੱਗ ਗਿਆ, ਹਾਰ ਗਿਆ ਸੀ। ਇਸ ਤਰ੍ਹਾਂ ਦੇ ਮੌਕੇ ਕਈ ਵਾਰ ਆਏ ਆ। ਜੇ ਫਰਜ਼ ਕਰੋ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਇਹਨਾਂ ਦਾ ਕੋਈ ਸਮਝੌਤਾ ਕਿਸੇ ਕਿਸਮ ਦਾ ਨਹੀਂ ਹੋ ਸਕਦਾ, ਉੱਥੇ ਵੀ ਜਾ ਕੇ ਸਹਿਮਤੀ ਨਹੀਂ ਹੁੰਦੀ ਕਿ ਰਾਸ਼ਟਰਪਤੀ ਕੌਣ ਹੋਵੇਗਾ, ਤੇ ਫਿਰ ਉੱਥੇ ਉਪ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ, ਉਹਦੇ ਨਾਲ ਕੰਮ ਚਲਾਇਆ ਜਾਂਦਾ ਤੇ ਇਹ ਮਸਲਾ ਬਾਅਦ ਤੇ ਛੱਡ ਦਿੱਤਾ ਜਾਂਦਾ। ਜੇ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਕੋਈ ਸਹਿਮਤੀ ਨਹੀਂ ਹੁੰਦੀ ਤੇ ਫਿਰ ਬਿਨਾਂ ਕਿਸੇ ਸਹਿਮਤੀ ਤੋਂ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ ਯਾਨੀ ਪਾਰਲੀਮੈਂਟ ਦਾ ਹੇਠਲਾ ਹਾਊਸ, ਜਿਵੇਂ ਸਾਡੀ ਲੋਕ ਸਭਾ ਹੁੰਦੀ ਹੈ, ਉਹਦੇ ਸਪੀਕਰ ਨੂੰ ਖੜੇ ਪੈਰ ਹੀ ਉਹ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਜਾ ਸਕਦਾ। ਇਸ ਵੇਲੇ ਉੱਥੇ ਸਪੀਕਰ ਹੈ ਮੈਡਮ ਨੈਂਸੀ ਪੈਲੋਸੀ। ਨੈਂਸੀ ਪੈਲੋਸੀ ਨਾਲ ਡੋਨਾਲਡ ਟਰੰਪ ਦੀ ਕਦੇ ਅੱਜ ਤੱਕ ਬਣੀ ਨਹੀਂ, ਦੋਵਾਂ ਦਾ ਟਕਰਾਅ ਬਹੁਤ ਜ਼ਿਆਦਾ। ਇੱਕ ਮੌਕਾ ਤੇ ਇਹੋ ਜਿਹਾ ਆਇਆ ਸੀ ਕਿ ਜਦੋਂ ਇਹ ਨੈਂਸੀ ਪੈਲੋਸੀ ਪਾਰਲੀਮੈਂਟ ਮੈਂਬਰਾਂ ਦਾ ਇੱਕ ਡੈਲੀਗੇਸ਼ਨ ਲੈ ਕੇ ਜਾ ਰਹੀ ਸੀ, ਜਦੋਂ 에ਅਰਪੋਰਟ ਤੇ ਚਲੇ ਗਏ, ਸਮਾਨ ਚੈੱਕ ਇਨ ਕਰਵਾ ਲਿਆ ਤੇ ਉਦੋਂ ਰਾਸ਼ਟਰਪਤੀ ਟਰੰਪ ਦਾ ਮੈਸੇਜ ਚਲਾ ਗਿਆ ਕਿ ਤੁਸੀਂ ਉੱਥੇ ਨਹੀਂ ਜਾ ਰਹੇ, ਜ਼ਰੂਰੀ ਕੰਮ ਹੈ, ਤੁਸੀਂ ਵਾਪਸ ਆ ਜਾਓ, ਜਾਣਬੁੱਝ ਕੇ ਉਹਨਾਂ ਦੀ ਬੇਇੱਜ਼ਤੀ ਕਰਨ ਵਾਸਤੇ। ਮੁੜ ਕੇ ਅੱਗੋਂ ਨੈਂਸੀ ਪੈਲੋਸੀ ਵੀ ਇਦਾਂ ਦੀ ਜਿੱਦੀ ਸੀ ਕਿ ਉਹਨੇ ਇਹਦੇ ਖਿਲਾਫ ਜਿਹੜਾ ਸੀ ਮਹਾਦੋਸ਼ ਦਾ ਮਤਾ, ਜਿਹਨੂੰ ਇੰਪੀਚਮੈਂਟ ਮੋਸ਼ਨ ਕਹਿੰਦੇ, ਉਹ ਲਿਆਂਦਾ ਤੇ ਉਹ ਪਾਸ ਕਰਵਾ ਦਿੱਤਾ। ਜਿਹੜੇ ਇਹੋ ਜਿਹੇ ਟਕਰਾਅ ਦੇ ਵਿੱਚ ਕੱਲ ਨੂੰ ਜੇ ਇਹ ਨੌਬਤ ਆ ਜਾਵੇ ਕਿ ਨੈਂਸੀ ਪੈਲੋਸੀ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਨਾ ਪਵੇ ਤੇ ਡੋਨਾਲਡ ਟਰੰਪ ਵਾਸਤੇ ਹੋਰ ਵੀ ਬੇਇੱਜ਼ਤੀ ਵਾਲੀ ਗੱਲ ਹੋਣੀ। ਇਸ ਵੇਲੇ ਉੱਥੋਂ ਦੀ ਚੋਣ ਜਿਹੜੇ ਮੋੜ ਤੇ ਜਾ ਕੇ ਫਸ ਗਈ ਆ, ਇਹ ਸਿੱਟਾ ਉਹਦੇ ਜਿਹੜਾ ਜੋ ਬਾਈਡਨ ਹੈ ਉਹਦੇ ਪੱਖ ਵਿੱਚ ਵੀ ਨਿਕਲ ਸਕਦਾ ਤੇ ਡੋਨਾਲਡ ਟਰੰਪ ਵਾਲਾ ਹੁਣ ਕੋਈ ਚਾਂਸ ਤਾਂ ਰਹਿ ਨਹੀਂ ਗਿਆ। ਦੂਸਰੀ ਹਾਲਤ ਇਹ ਹੋ ਸਕਦੀ ਹੈ ਕਿ ਮਸਲਾ ਸੁਪਰੀਮ ਕੋਰਟ ਨੂੰ ਰੈਫਰ ਕਰ ਦਿੱਤਾ ਜਾਵੇ, ਸੁਪਰੀਮ ਕੋਰਟ ਵਿੱਚ ਜਾ ਕੇ ਦੋਵਾਂ ਤਰ੍ਹਾਂ ਦੇ ਵਕੀਲ ਲੜਨਗੇ, ਫਿਰ ਮੁਕਾਬਲਾ ਵੋਟਾਂ ਦਾ ਨਹੀਂ ਵਕੀਲਾਂ ਦਾ ਹੋਵੇਗਾ ਤੇ ਉਹਦੇ ਵਿੱਚੋਂ ਜਾ ਕੇ ਕੋਈ ਆਊਟਕਮ ਆਵੇਗੀ। ਨਹੀਂ ਤਾਂ ਫਿਰ ਪਾਰਲੀਮੈਂਟ ਦੇ ਹੇਠਲੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਵਿੱਚ ਜਾ ਸਕਦਾ, ਉੱਥੇ ਜਾ ਕੇ ਸਿੱਟਾ ਨਿਕਲੇ। ਜੀ, ਤੇ ਜਿਹੜੇ ਉੱਥੋਂ ਦੇ ਬਾਸ਼ਿੰਦੇ ਨੇ ਪੰਜ ਸਾਹਿਬ, ਉਹਨਾਂ ਦੇ ਮਨ ਦੇ ਵਿੱਚ ਇਹ ਡਰ ਵੀ ਬਣਿਆ ਹੋਇਆ ਕਿ ਕਿਸੇ ਪਾਸੇ ਵੀ ਜੇਕਰ ਕੋਈ ਵੀ ਨਤੀਜਾ ਆਉਂਦਾ ਤਾਂ ਉੱਥੇ ਦੰਗੇ ਇੱਕ ਵਾਰ ਫੇਰ ਤੋਂ ਹੋ ਸਕਦੇ ਨੇ। ਬਿਲਕੁਲ ਠੀਕ ਆ, ਬਿਲਕੁਲ ਠੀਕ ਤੁਹਾਡੀ ਗੱਲ। ਆਮ ਲੋਕਾਂ ਦੇ ਮਨਾਂ 'ਚ ਇੰਨਾ ਡਰ ਹੈ ਔਰ ਸਰਕਾਰ ਦੇ ਮਨ ਵਿੱਚ ਵੀ ਆ। ਤੁਸੀਂ ਇਹ ਵੇਖੋ, ਵਾਈਟ ਹਾਊਸ ਦੇ ਅਗਲੇ ਪਾਸੇ ਇੱਕ ਬਹੁਤ ਵੱਡੀ ਕੰਧ ਉਸਾਰ ਦਿੱਤੀ ਗਈ ਹੈ ਜਿਹੜੀ ਆਰਜੀ ਆ, ਪਰ ਇਸ ਤਰ੍ਹਾਂ ਦੀ ਹੈ ਕਿ ਕੋਈ ਬੰਦਾ ਉਹਨੂੰ ਟੱਪ ਨਾ ਸਕੇ ਤੇ ਉਹਦੇ ਉੱਪਰ ਦੀ ਕੋਈ ਸੁੱਟ ਨਾ ਸਕੇ। ਪਰਸੋਂ ਤੋਂ ਵਾਈਟ ਹਾਊਸ ਦਾ ਬਹੁਤ ਪਹਿਲਾਂ ਚਮਕਦਾ ਸੀ, ਉਹਦੇ ਵਿੱਚ ਚਮਕਣ ਵਾਲੀਆਂ ਲਾਈਟਾਂ ਬੰਦ ਕੀਤੀਆਂ, ਹਨੇਰਾ ਜਿਹਾ ਹੋਇਆ ਪਿਆ। ਜਿੰਨੇ ਵੱਡੇ ਵੱਡੇ ਸਰਕਾਰੀ ਅਦਾਰੇ ਨੇ, ਜਿੰਨੇ ਵੱਡੇ ਸ਼ੋਰੂਮ ਨੇ, ਉਹਨਾਂ ਸਾਰਿਆਂ ਦੇ ਬਾਹਰ ਤਾਲੇ ਲੱਗੇ ਆ ਤੇ ਤਾਲਿਆਂ ਦੇ ਨਾਲ ਵੱਡੀਆਂ ਵੱਡੀਆਂ ਕੰਧਾਂ ਟਾਈਪ ਜਿਹੜੇ ਉਹ ਇਸ ਤਰ੍ਹਾਂ ਦੀਆਂ ਖੜੀਆਂ ਕਰ ਦਿੱਤੀਆਂ ਗਈਆਂ ਕਿ ਜੇ ਵਾਇਲੈਂਸ ਹੁੰਦੀ ਹੈ, ਹਿੰਸਾ ਹੁੰਦੀ ਹੈ ਤੇ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਜਿੰਨੀ ਵੱਡੀ ਗਿਣਤੀ 'ਚ ਲੱਖਾਂ 'ਚ ਉੱਥੇ ਰਾਈਫਲਸ ਤੇ ਹੋਰ ਸਮਾਨ ਇਹਨਾਂ ਥੋੜੇ ਜਿਹੇ ਦਿਨਾਂ 'ਚ ਖਰੀਦਿਆ ਗਿਆ, ਉਹਨਾਂ ਅੱਜ ਤੱਕ ਕਦੇ ਖਰੀਦਿਆ ਨਹੀਂ ਸੀ ਗਿਆ। ਉਹ ਜਿਹੜਾ ਸਮਾਨ ਉੱਥੋਂ ਖਰੀਦਿਆ ਜਾ ਰਿਹਾ ਧੜਾ ਧੜ, ਉਸ ਸਮਾਨ ਦੇ ਖਰੀਦੇ ਜਾਣ ਦਾ ਕਾਰਨ ਇਹ ਆ ਕਿ ਜੇ ਤਾਂ ਡੋਨਾਲਡ ਟਰੰਪ ਜਿੱਤ ਜਾਵੇ ਤੇ ਜਿਹੜੇ ਗੈਰ ਗੋਰੇ ਲੋਕ ਹੈ, ਖਾਸ ਕਰਕੇ ਜਾਰਜ ਫਲੋਇਡ ਦੀ ਘਟਨਾ ਤੋਂ ਬਾਅਦ ਜਿਹੜਾ ਉਹਨਾਂ ਦਾ ਬਲੈਕ ਭਾਈਚਾਰਾ ਉਹ ਬਹੁਤ ਗੁੱਸੇ ਵਿੱਚ ਹੈ, ਉਹ ਸਾਰੇ ਲੋਕ ਭੜਕ ਸਕਦੇ ਆ। ਤੇ ਜੇ ਜੋ ਬਾਈਡਨ ਜਿੱਤ ਜਾਂਦਾ ਤੇ ਇਹੋ ਜਿਹੀ ਟੈਨਸ਼ਨ ਜਿੱਤ ਜਾਂਦਾ ਤੇ ਜਿਹੜੇ ਡੋਨਾਲਡ ਟਰੰਪ ਦੇ ਪੱਖ ਵਾਲੇ ਨੇ, ਗੋਰੇ ਨਸਲਵਾਦੀ ਵੀ ਮੈਦਾਨ ਵਿੱਚ ਆ ਸਕਦੇ ਆ, ਉਹ ਜਿੱਤੇ ਜਾਂ ਉਹ ਜਿੱਤੇ, ਲਗਭਗ ਸਪਸ਼ਟ ਹੈ ਕਿ ਇਸ ਵਾਰੀ ਹਿੰਸਾ ਤਾਂ ਉੱਥੇ ਹੋਣੀ ਆ। ਉਹਦਾ ਕਰਕੇ ਸਰਕਾਰ ਨੇ ਬਹੁਤ ਸਾਰੇ ਸਰਕਾਰੀ ਅਦਾਰੇ ਵੀ ਬੰਦ ਕੀਤੇ ਪਏ ਆ, ਵੱਡੇ ਵੱਡੇ ਸ਼ੋਰੂਮ ਵੀ ਬੰਦ ਕੀਤੇ ਹੋਏ ਨੇ। ਹਰ ਕੋਈ ਆਪੋ ਆਪਣੀ ਥਾਂ ਟੈਨਸ਼ਨ 'ਚ ਆਪਣੇ ਘਰ ਤੱਕ ਸੀਮਿਤ ਹੋਇਆ ਬੈਠਾ, ਔਰ ਘਰਾਂ ਵਿੱਚ ਵੀ ਲੋਕਾਂ ਨੇ ਹਥਿਆਰ ਰੱਖੇ ਆ ਤਾਂ ਕਿ ਜੇ ਦੰਗਾ ਫਸਾਦ ਸ਼ੁਰੂ ਹੋ ਜਾਂਦਾ, ਘਰਾਂ ਤੇ ਹੀ ਹਮਲੇ ਹੋਣ ਤੇ ਆਪੋ ਆਪਣਾ ਬਚਾਅ ਕੀਤਾ ਜਾ ਸਕੇ। ਇਹ ਪ੍ਰਬੰਧ ਉੱਥੇ ਸਾਰੇ ਲੋਕਾਂ ਨੇ ਕੀਤੇ ਹੋਏ ਆ। ਤੁਹਾਡੀ ਗੱਲ ਠੀਕ ਹੈ ਕਿ ਹਿੰਸਾ ਦਾ ਡਰ ਬਹੁਤ ਆ।
ਜੀ। ਤੇ ਪੰਜ ਸਾਹਿਬ, ਇਸ ਖਬਰ ਤੋਂ ਬਾਅਦ ਅਸੀਂ ਵਾਪਸ ਪੰਜਾਬ ਦੇ ਵੱਲ ਨੂੰ ਰੁਖ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਬਾਹਰ ਦੀਆਂ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਕਿਸਾਨਾਂ ਦੇ ਸੰਘਰਸ਼ ਤੋਂ ਗੱਲ ਦੀ ਜੇਕਰ ਸ਼ੁਰੂਆਤ ਕਰੀਏ ਤੇ ਕਾਫੀ ਲੰਬਾ ਸਮਾਂ ਹੋ ਗਿਆ ਹੁਣ ਕਿਸਾਨਾਂ ਨੂੰ ਸੰਘਰਸ਼ ਕਰਦੇ ਹੋਏ। ਪੰਜਾਬ ਦੇ ਵਿੱਚ ਜਿਹੜੇ ਚੱਕੇ ਜਾਮ ਹੋ ਰਹੇ ਨੇ, ਇਸ ਵੇਲੇ ਦੀ ਸਥਿਤੀ ਤੇ ਜ਼ਰੂਰ ਚਾਨਣਾ ਪਾਉਣਾ ਇੱਕ ਵਾਰ। ਦੇਖੋ, ਅੱਜ ਤੱਕ ਭਾਰਤ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਨਹੀਂ ਮਿਲਿਆ ਜਿਹੜਾ ਇੰਨਾ ਜ਼ਿੱਦੀ ਹੋਵੇ ਕਿ ਕਿਸੇ ਦੀ ਕੋਈ ਪਰਵਾਹ ਨਾ ਕਰੇ। ਉਹਨੂੰ ਸਾਰਿਆਂ ਪਾਸਿਆਂ ਤੋਂ ਆਖਿਆ ਗਿਆ ਕਿ ਤੁਸੀਂ ਮੁੜ ਵਿਚਾਰ ਤਾਂ ਕਰ ਲਓ। ਉਹ ਕਹਿੰਦਾ ਮੈਂ ਕਰਨ ਨੂੰ ਤਿਆਰ ਨਹੀਂ। ਬਿਹਾਰ ਦੀਆਂ ਚੋਣਾਂ ਵਿੱਚ ਜਾ ਕੇ ਉਹਨੇ ਫਿਰ ਇਹ ਕਹਿਤਾ ਕਿ ਮੈਂ ਇਹ ਕਦਮ ਕਿਸਾਨਾਂ ਦੇ ਭਲੇ ਵਾਸਤੇ ਚੁੱਕਿਆ। ਜਿਹਨੇ ਕਿਸੇ ਨੇ ਵਿਰੋਧ ਕਰਨਾ ਕਰ ਲੈਣ, ਮੈਂ ਕਿਸਾਨਾਂ ਦਾ ਭਲਾ ਕਰਨ ਤੋਂ ਪਿੱਛੇ ਹਟਣ ਵਾਲਾ ਨਹੀਂ। ਮੈਂ ਤਾਂ ਇਹ ਕਰੂੰਗਾ ਹੀ ਕਰਾਂਗਾ। ਹੁਣ ਜਿਹੜੀ ਇਹ ਗੱਲ ਕਹਿ ਦੇਣੀ ਕਿ ਮੈਂ ਤਾਂ ਕਰੂੰਗਾ ਹੀ ਕਰੂੰਗਾ, ਉਹਦੇ ਤੋਂ ਬਾਅਦ ਤੇ ਕੋਈ ਗੁੰਜਾਇਸ਼ ਲੱਭਦੀ ਨਹੀਂ ਕਿ ਉਹ ਇਹ ਤੋਂ ਕਦਮ ਵੀ ਪਿੱਛੇ ਹਟੇਗਾ। ਸਿਆਸੀ ਪਾਰਟੀਆਂ ਕਿਸਾਨਾਂ ਦੀ ਮਦਦ ਕਰਦੀਆਂ ਨੇ ਕਿ ਠੀਕ ਹੈ ਤੁਸੀਂ ਲੜ ਰਹੇ ਹੋ, ਅਸੀਂ ਤੁਹਾਡੇ ਨਾਲ ਹੈ। ਤੇ ਉਹਨੇ ਸਿਆਸੀ ਪਾਰਟੀਆਂ ਬਾਰੇ ਕਹਿ ਦਿੱਤਾ ਕਿ ਇਹ ਕਿਸਾਨਾਂ ਵਾਸਤੇ ਨਹੀਂ ਲੜਦੀਆਂ, ਇਹ ਤਾਂ ਵਿਚੋਲਿਆਂ ਤੇ ਦਲਾਲਾਂ ਦੀ ਮਦਦ ਕਰਨ ਵਾਸਤੇ ਲੜਦੀਆਂ ਨੇ। ਉਹਨਾਂ ਦੇ ਭਾਜਪਾ ਦੇ ਆਲ ਇੰਡੀਆ ਦੇ ਪ੍ਰਧਾਨ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸੰਘਰਸ਼ ਕਰਨ ਵਾਲੇ ਲੋਕ ਤਾਂ ਦਲਾਲ ਨੇ। ਇਹ ਜਿਹੜੇ ਭਾਸ਼ਾ ਉਹਨਾਂ ਨੇ ਵਰਤੀ ਹੈ ਉਹਦਾ ਕਰਕੇ ਕਿਸਾਨਾਂ ਵਿੱਚ ਗੁੱਸਾ ਬਹੁਤ ਹੈ। ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਪੰਜਾਬ ਦੇ 3 ਮੰਤਰੀਆਂ ਨਾਲ ਵੀ ਘੱਟੋ ਘੱਟ 4 ਵਾਰ ਬੈਠੇ ਨੇ। ਕੱਲ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨਾਲ ਬੈਠ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਕਾਨੂੰਨ ਵੀ ਡਿਸਕਸ ਕੀਤੇ ਆ। ਇੱਕ ਮਦਦ ਤੇ ਵਿਚਾਰ ਹੋਈ ਆ ਤੇ ਉਹਨਾਂ ਨੇ ਆਖਿਆ ਜੀ ਇਹਦੇ ਨਾਲ ਸਾਡਾ ਭਲਾ ਨਹੀਂ ਹੁੰਦਾ, ਪੰਜਾਬ ਸਰਕਾਰ ਇਹਦੇ ਤੋਂ ਅੱਗੇ ਵਧੇ। ਅੱਜ 12 ਵਜੇ ਤੋਂ ਜਾਮ ਹੋ ਗਿਆ। ਇਹ 4 ਘੰਟੇ ਲਗਾਤਾਰ ਸਾਰੇ ਦੇਸ਼ ਦੇ ਵਿੱਚ ਚੱਕਾ ਜਾਮ ਰਹਿਣਾ। ਪਿਛਲੇ ਹਫ਼ਤੇ ਇੱਕ ਮੀਟਿੰਗ ਹੋ ਰਹੀ ਸੀਗੀ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੀ। ਉਹਦੇ ਚ 260 ਦੇ ਕਰੀਬ ਜਥੇਬੰਦੀਆਂ ਸ਼ਾਮਲ ਹੋਈਆਂ ਸਨ ਤੇ ਉਹਨਾਂ ਸਾਰੀਆਂ ਜਥੇਬੰਦੀਆਂ ਨੇ ਆਖਿਆ ਕਿ ਅਸੀਂ ਪੂਰੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ। ਇੱਕ ਗੱਲ ਤੇ ਉਹਨਾਂ ਨੇ ਆਖੀ ਕਿ ਪੰਜਾਬ ਦੇ ਕਿਸਾਨਾਂ ਨੇ ਬਹੁਤ ਵਧੀਆ ਸੰਘਰਸ਼ ਲੜਿਆ, ਇੰਨਾ ਲੰਮਾ ਸੰਘਰਸ਼ ਲੜਿਆ ਜਿਹਦੀ ਅਸੀਂ ਦਾਦ ਦਿੰਦੇ ਹਾਂ। ਦੂਜਾ ਇਹ ਕਿ ਪੰਜਾਬ ਦੇ ਕਿਸਾਨਾਂ ਨੇ ਇੰਨੇ ਲੰਮੇ ਸੰਘਰਸ਼ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਨਹੀਂ ਕੀਤੀ, ਸ਼ਾਂਤਮਈ ਸੰਘਰਸ਼ ਹੈ, ਇਸ ਗੱਲ ਦੀ ਦਾਦ ਦਿੰਦੇ ਹਾਂ। ਤੀਜਾ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਹੈ ਪਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਦਾ ਸਾਥ ਦਿੱਤਾ, ਅਸੀਂ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦਾ ਧੰਨਵਾਦ ਕਰਦੇ ਹਾਂ। ਤੇ ਧੰਨਵਾਦ ਕਰਨ ਦੇ ਨਾਲ ਹੀ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ 5 ਨਵੰਬਰ ਨੂੰ ਸਾਰੇ ਦੇਸ਼ ਵਿੱਚ ਚੱਕਾ ਜਾਮ ਕਰਾਂਗੇ। ਅੱਜ ਉਹਨਾਂ ਨੇ ਸਾਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਸੱਦਾ ਦੇ ਦਿੱਤਾ। ਇਹ ਸਾਰੇ ਦੇਸ਼ ਵਿੱਚ ਚੱਕਾ ਜਾਮ ਕਰਨਾ ਤੇ ਅੱਜ ਬਿਹਾਰ ਦੇ ਵਿੱਚ ਚੋਣ ਪ੍ਰਚਾਰ ਦਾ ਅਖੀਰਲਾ ਦਿਨ ਹੈ। ਪਰਸੋਂ ਚੋਣ ਪ੍ਰਚਾਰ ਜਿਹੜਾ ਵੋਟਿੰਗ ਦਾ ਅਖੀਰਲਾ ਦਿਨ ਹੈ। 7 ਤਰੀਕ ਨੂੰ ਅਖੀਰਲੇ ਰਾਊਂਡ ਦੀ ਵੋਟਿੰਗ ਹੋਣੀ ਹੈ। ਜਿਹੜੀ ਅਖੀਰਲੇ ਰਾਊਂਡ ਦੀ ਵੋਟਿੰਗ ਹੈ ਉਹਦੇ ਤੋਂ 2 ਦਿਨ ਪਹਿਲਾਂ ਅੱਜ ਜਦੋਂ ਪ੍ਰਚਾਰ ਦਾ ਅਖੀਰਲਾ ਦਿਨ ਹੈ ਤੇ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਪ੍ਰਚਾਰ 'ਚ ਲੱਗੀਆਂ ਹੋਣਗੀਆਂ। ਜੇ ਕੁਝ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉੱਥੇ ਚੱਕਾ ਜਾਮ ਕਰ ਦਿੱਤਾ ਤੇ ਇਹਦੇ ਨਾਲ ਉੱਥੇ ਵੀ ਮੁਸ਼ਕਲਾਂ ਆਉਣਗੀਆਂ। ਬਾਕੀ ਸਾਰੇ ਦੇਸ਼ 'ਚ ਵੀ ਰਿਪੋਰਟਾਂ ਆਉਂਦੀਆਂ ਪਈਆਂ ਨੇ ਪਰ ਬਹੁਤਾ ਚੱਕਾ ਜਾਮ ਪੰਜਾਬ ਤੇ ਹਰਿਆਣੇ 'ਚ ਹੋਵੇਗਾ। ਮੇਰੇ ਕੋਲ ਰਿਪੋਰਟਾਂ ਜਿਹੜੀਆਂ ਆਉਂਦੀਆਂ ਪਈਆਂ ਉਹਦੇ 'ਚ ਪੰਜਾਬ ਦਾ ਕੋਈ ਕੋਨਾ ਬਚਿਆ ਨਹੀਂ। ਹਰੀਕੇ ਪੱਤਨ ਵਿੱਚ ਵੀ ਜਾਮ ਹੈ ਤੇ ਚੰਡੀਗੜ੍ਹ ਤੇ ਖਰੜ ਦੇ ਵਿਚਾਲੇ ਵੀ। ਹਰੀਕੇ ਪੱਤਨ ਨੇ ਇਸ ਕਰਕੇ ਦੱਸਿਆ ਕਿ ਬਾਰਡਰ ਦੇ ਨੇੜੇ ਜੇ ਉੱਥੇ ਵੀ ਜਾਮ ਹੈ ਤੇ ਰਾਜਧਾਨੀ ਚੰਡੀਗੜ੍ਹ ਦੇ ਲਾਗੇ ਚੰਡੀਗੜ੍ਹ ਤੇ ਖਰੜ ਦੇ ਵਿਚਾਲੇ ਵੀ ਜਾਮ ਹੈ। ਜੇ ਇੱਧਰ ਪਠਾਨਕੋਟ ਲਾਗੇ ਜਾਮ ਹੈ, ਮੁਕੇਰੀਆਂ ਜਾਮ ਹੈ ਤੇ ਉਧਰਲੇ ਪਾਸੇ ਮਾਨਸਾ ਬੁਲਾਡਾ ਵਿੱਚ ਵੀ ਜਾਮ ਹੈ। ਹਰ ਪਾਸੇ ਜਾਮ ਲੱਗਾ ਪਿਆ। ਕਿਸਾਨਾਂ ਨੇ ਰਸਤੇ ਬੰਦ ਕਰ ਦਿੱਤੇ ਨੇ। ਇੱਧਰ ਹਰਿਆਣੇ ਦੇ ਵਿੱਚੋਂ ਵੀ ਕਈ ਰਿਪੋਰਟਾਂ ਆਉਂਦੀਆਂ ਪਈਆਂ ਕਿ ਕਿਸਾਨਾਂ ਨੇ ਉੱਥੇ ਜਾਮ ਕਰਨਾ ਸ਼ੁਰੂ ਕੀਤਾ। ਸਰਕਾਰ ਪਹਿਲਾਂ ਸ਼ਾਇਦ ਤਿਆਰੀਆਂ ਕਰਦੀ ਸੀ ਕਿ ਸ਼ਾਇਦ ਰੋਕਿਆ ਜਾਵੇ ਪਰ ਬਾਅਦ ਵਿੱਚ ਹੌਲੀ ਹੌਲੀ ਸਰਕਾਰ ਇੱਥੇ ਆ ਗਈ ਹੈ ਤੇ ਉਹਨਾਂ ਨੇ ਅਜੇ ਤੱਕ ਕੋਈ ਸਖਤੀ ਨਹੀਂ ਕੀਤੀ, ਕਿਸੇ ਨੂੰ ਬਹੁਤਾ ਰੋਕਿਆ ਨਹੀਂ। ਇਹਨਾਂ ਸਾਰੀਆਂ ਥਾਵਾਂ ਤੇ ਕਿਸਾਨਾਂ ਨੇ ਚੱਕਾ ਜਾਮ ਕੀਤਾ ਪਿਆ। ਇਸ ਸੰਘਰਸ਼ ਵਿੱਚ ਕੱਲ ਕਿਸਾਨ ਜਥੇਬੰਦੀਆਂ ਦੀ ਜਦੋਂ ਐਡਵੋਕੇਟ ਜਨਰਲ ਨਾਲ ਤੇ 3 ਮੰਤਰੀਆਂ ਨਾਲ ਮੀਟਿੰਗ ਹੋਈ ਉਹਦੇ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਕੋਈ ਗੜਬੜ ਨਹੀਂ ਕਰ ਰਹੇ, ਅਸੀਂ ਕੋਈ ਵਾਇਲੈਂਸ ਨਹੀਂ ਕਰ ਰਹੇ, ਅਸੀਂ ਸ਼ਾਂਤਮਈ ਬੈਠੇ ਹਾਂ, ਆਪਣਾ ਸੰਘਰਸ਼ ਕਰਦੇ ਹਾਂ। ਤੁਹਾਨੂੰ ਅਸੀਂ ਕਹਿੰਦੇ ਕੋਈ ਨਹੀਂ ਤੇ ਸਾਡੇ ਕੰਮ 'ਚ ਦਖਲ ਨਾ ਦਿਓ। ਇੱਕ ਗੱਲ ਉਹਨਾਂ ਨੇ ਹੋਰ ਕਹਿ ਦਿੱਤੀ ਕਿ ਪੰਜਾਬ ਨੂੰ ਤੰਗ ਕਰਨ ਵਾਸਤੇ ਕੇਂਦਰ ਸਰਕਾਰ ਨੇ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਨੇ ਸਾਰੀਆਂ ਦੀਆਂ ਸਾਰੀਆਂ। ਇਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਕਿ ਵੇਖੋ ਜੀ ਕਿਸਾਨਾਂ ਦਾ ਕਰਕੇ ਚੱਕਾ ਜਾਮ ਹੋਇਆ, ਰੇਲ ਗੱਡੀਆਂ ਬੰਦ ਨੇ, ਇੱਥੇ ਮਾਲ ਸਪਲਾਈ ਕੋਈ ਨਹੀਂ ਹੋ ਰਹੀ। ਉਹਨਾਂ ਕਿਹਾ ਜੀ ਅਸੀਂ ਮਾਲ ਗੱਡੀਆਂ ਬਿਲਕੁਲ ਬੰਦ ਨਹੀਂ ਕੀਤੀਆਂ, ਸਾਰੀਆਂ ਚਲਾਉਣ। 2 ਜਾਂ 3 ਥਾਵਾਂ ਤੇ ਜਿੱਥੇ ਉਹ ਕਹਿੰਦੇ ਉਹਨਾਂ ਦੇ ਪ੍ਰਾਈਵੇਟ ਕੰਪਨੀਆਂ ਦੇ ਖਾਸ ਤੌਰ ਤੇ ਨਰਿੰਦਰ ਮੋਦੀ ਦੇ ਨੇੜ ਵਾਲੇ ਦੋਸਤਾਂ ਦੇ ਜਿਹੜੇ ਥਰਮਲ ਪਲਾਂਟ ਨੇ ਅਸੀਂ ਤਾਂ ਸਿਰਫ ਉਹਨਾਂ ਦਾ ਰਾਹ ਰੋਕਿਆ।
ਉੱਥੇ ਗੱਡੀਆਂ ਅਸੀਂ ਜਾਣ ਨਹੀਂ ਦੇਣੀਆਂ, ਪਰ ਬਾਕੀ ਦੀਆਂ ਗੱਡੀਆਂ ਕਿਤੇ ਵੀ ਜਾਂਦੀਆਂ ਅਸੀਂ ਰੋਕਦੇ ਨਹੀਂ, ਆਪਣੀਆਂ ਚਲਾਉਣ ਤੇ ਦੇਸ਼ ਦੇ ਸਾਹਮਣੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕਰਨ। ਇੱਥੇ ਸਪਲਾਈ ਕੋਲੇ ਦੀ ਆਵੇ, ਖਾਦ ਦੀ ਆਵੇ, ਕਿਸੇ ਚੀਜ਼ ਦੀ ਆਵੇ, ਉਹ ਸਾਰੀ ਸਪਲਾਈ ਅਸੀਂ ਆਉਣ ਦਿਆਂਗੇ। ਪੰਜਾਬ ਸਰਕਾਰ ਦੇ 2 ਥਰਮਲ ਪਲਾਂਟ ਇਸ ਵੇਲੇ ਮਾੜੇ ਮੋਟੇ ਚੱਲਦੇ ਆ, ਬਾਕੀ ਸਾਰੇ ਪ੍ਰਾਈਵੇਟ ਬੰਦ ਹੋ ਚੁੱਕੇ ਨੇ। ਪੰਜਾਬ ਦੀ ਬਿਜਲੀ ਦਾ ਕੰਮ ਇਸ ਵੇਲੇ ਭਾਖੜਾ ਡੈਮ ਤੇ ਹੋਰ ਜਿਹੜੇ ਹਾਈਡਲ ਪ੍ਰੋਜੈਕਟ ਨੇ ਉਹਨਾਂ ਦੇ ਆਸਰੇ ਚੱਲ ਰਿਹਾ, ਬਾਕੀ ਸਾਰਾ ਕੰਮ ਠੱਪ ਹੋਇਆ ਪਿਆ ਜੀ। ਤੇ ਪੰਜ ਸਾਹਿਬ, ਇੱਧਰ ਜੇਕਰ ਅਸੀਂ ਪਿਛਲੇ ਹਫ਼ਤੇ ਵੀ ਮਾਲ ਗੱਡੀਆਂ ਦੀ ਗੱਲ ਕੀਤੀ ਸੀ ਤੇ ਪੰਜਾਬ ਦੇ ਵਿੱਚ ਛੋਟ ਦੇਣ ਦੇ ਲਈ ਰੇਲ ਟਰੈਕ ਬੇਸ਼ੱਕ ਹੁਣ ਕਿਸਾਨ ਕਹਿੰਦੇ ਖਾਲੀ ਕਰਨਗੇ, ਤੇ ਕੇਂਦਰ ਸਰਕਾਰ ਦੇ ਰਵੱਈਏ ਜਿਹੜਾ ਹੈਗਾ ਉਸ ਦੇ ਬਾਬਤ ਵੀ ਜ਼ਰੂਰ ਦੱਸੋ ਕਿ ਉੱਧਰੋਂ ਹੁਣ ਇਸ ਵੇਲੇ ਜਿਹੜੀਆਂ ਗੱਡੀਆਂ ਨੂੰ ਇਜਾਜ਼ਤ ਦਿੱਤੀ ਨਹੀਂ ਜਾ ਰਹੀ, ਕਿ ਉਸ ਦੇ ਲਈ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ? ਉਹਨਾਂ ਨੇ ਤੇ ਵਾਰ-ਵਾਰ ਇਹ ਆਖਿਆ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਨੂੰ ਇੰਸਟੀਗੇਟ ਕਰਦੀ ਹੈ, ਸ਼ਹਿ ਦੇ ਕੇ, ਹੱਲਾਸ਼ੇਰੀ ਦੇ ਕੇ ਸੰਘਰਸ਼ ਕਰਾ ਰਹੀ ਹੈ, ਪਰ ਪੰਜਾਬ ਦੀ ਸਰਕਾਰ ਇਸ ਤਰ੍ਹਾਂ ਦਾ ਕੁਝ ਕਰਦੀ ਨਹੀਂ ਜਾਪਦੀ। ਕੱਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉੱਥੇ ਜਿਹੜਾ ਧਰਨਾ ਲਾਇਆ ਉਹ ਇਸ ਗੱਲ ਤੇ ਹੈ ਕਿ ਕਿਸਾਨ ਮਾਰੂ ਬਿੱਲ ਨੇ ਜਿਹੜੇ ਪਾਸ ਕੀਤੇ ਆ ਕੇਂਦਰ ਸਰਕਾਰ ਨੇ, ਇਹਨਾਂ ਬਿੱਲਾਂ ਦੇ ਪਾਸ ਹੋਣ ਨਾਲ ਕਿਸਾਨਾਂ ਨੂੰ ਆਪਣੀ ਰੋਟੀ ਦਾ ਵੀ ਡਰ ਪੈ ਗਿਆ, ਔਰ ਉਹਨਾਂ ਨੂੰ ਬਹੁਤ ਹੀ ਚਿੰਤਾ ਇਹ ਹੈ ਕਿ ਅੱਗੋਂ ਉਹਨਾਂ ਦੇ ਬੱਚੇ ਵੀ ਕੁਛ ਕਾਸੇ ਜੋਗੇ ਨਹੀਂ ਰਹਿ ਜਾਣਗੇ। ਇਹ ਨਵੇਂ ਕਾਨੂੰਨ ਤਾਂ ਉਹਨਾਂ ਦੇ ਬੱਚਿਆਂ ਦੇ ਹੱਥਾਂ ਵਿੱਚ, ਉਹਨਾਂ ਦੇ ਮੂੰਹ ਚੋਂ ਬੁਰਕੀ ਖੋਲਣਗੇ। ਇਸ ਕਰਕੇ ਪੰਜਾਬ ਦੀ ਸਰਕਾਰ ਤਾਂ ਦਖਲ ਨਹੀਂ ਦੇ ਰਹੀ, ਪਰ ਉਹ ਕੇਂਦਰ ਸਰਕਾਰ ਵਾਲੇ ਇਹ ਗੱਲ ਮੁੜ ਮੁੜ ਕੇ ਕਹਿੰਦੇ ਆ ਕਿ ਜਿਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਆ, ਇਹਦੇ 'ਚ ਗੱਡੀਆਂ ਚਲਾਈਆਂ ਨਹੀਂ ਜਾ ਸਕਦੀਆਂ। ਮੁੱਖ ਮੰਤਰੀ ਨੇ ਆਖਿਆ ਜੀ ਤੁਸੀਂ ਗੱਡੀਆਂ ਚਲਾਓ, ਅਸੀਂ ਤੁਹਾਨੂੰ ਸਿਕਿਉਰਿਟੀ ਦਿੰਦੇ ਹਾਂ, ਤੁਹਾਡੀ GRP ਹੈਗੀ ਆ, ਤੁਹਾਡੇ ਕੋਲ RPF ਹੈਗੀ ਆ, 2 ਫੋਰਸਾਂ ਗਵਰਨਮੈਂਟ ਰੇਲਵੇ ਪੁਲਿਸ ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਤੁਹਾਡੀਆਂ ਆਪਣੀਆਂ ਨੇ, ਇਹਦੇ ਨਾਲ ਅਸੀਂ ਤੁਹਾਨੂੰ ਪੰਜਾਬ ਪੁਲਿਸ ਦਿੰਦੇ, ਤੁਸੀਂ ਆਪਣੀਆਂ ਗੱਡੀਆਂ ਚਲਾਓ। ਜਿਹੜੇ 3-4 ਥਾਵਾਂ ਤੇ ਕਿਸਾਨਾਂ ਨੇ ਥਰਮਲ ਪਲਾਂਟ ਰੋਕੇ ਆ ਉਹਨਾਂ ਤੇ ਨਾ ਕੁਛ ਕਰੋ, ਬਾਕੀ ਤੇ ਆਪਣੀਆਂ ਚਲਾਓ। ਪਰ ਕੇਂਦਰ ਸਰਕਾਰ ਅਜੇ ਤੱਕ ਗੱਡੀਆਂ ਚਲਾਉਣ ਨੂੰ ਤਿਆਰ ਨਹੀਂ। ਉਹਨਾਂ ਦੇ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਇੱਕ ਸੱਦਾ ਭੇਜਤਾ ਕਿ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਨੂੰ ਤਿਆਰ ਹਾਂ, ਪਰ ਇੰਨੇ ਨਾਲ ਤਾਂ ਸਰਦਾ ਨਹੀਂ ਗਾ, ਉਹ ਬਹੁਤਾ ਕੁਝ ਕਰ ਨਹੀਂ ਸਕਦਾ। ਜਿਹੜੇ ਕਰ ਸਕਦੇ ਆ ਉਹ ਅਜੇ ਤੱਕ ਸੱਦਾ ਭੇਜ ਨਹੀਂ ਰਹੇ ਜੀ। ਤੇ ਪੰਜ ਸਾਹਿਬ, ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧਰਨੇ ਬਾਬਤ ਗੱਲ ਕੀਤੀ ਹੈ, ਕਹਿੰਦੇ ਇਸ ਧਰਨੇ ਤੋਂ ਬਾਅਦ ਸੁਖਬੀਰ ਬਾਦਲ ਹੋਰਾਂ ਨੇ ਆਖਿਆ ਕਿ ਇਹਨਾਂ ਨੂੰ ਵਰਤ ਰੱਖ ਲੈਣਾ ਚਾਹੀਦਾ, ਤੇ ਕੈਪਟਨ ਸਾਹਿਬ ਨੇ ਵੀ ਇਸ ਗੱਲ ਤੇ ਕਾਫੀ ਆਪਣੀ ਨਿਰਾਸ਼ਾ ਜਤਾਈ ਹੈ ਤੇ ਜਵਾਬ ਵੀ ਦਿੱਤਾ ਹੈ ਮੋੜਵਾਂ ਉਹਨਾਂ ਨੂੰ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਮੰਗਿਆ ਸੀ ਰਾਸ਼ਟਰਪਤੀ ਤੋਂ ਟਾਈਮ, ਇਸ ਵਿਧਾਨ ਸਭਾ 'ਚ 3 ਬਿੱਲ ਪਾਸ ਕਰਕੇ ਤੇ ਗਵਰਨਰ ਨੂੰ ਦਿੱਤੇ ਆ, ਤੇ ਗਵਰਨਰ ਨੇ ਅਜੇ ਤੱਕ ਉਹ ਪਾਸ ਨਹੀਂ ਕੀਤੇ। ਉਹਦਾ ਕਰਕੇ ਲੋਕਾਂ ਵਿੱਚ ਇਸ ਗੱਲ ਦਾ ਰੰਜ, ਮੈਨੂੰ ਤੁਸੀਂ ਮਿਲਣ ਦਾ ਮੌਕਾ ਦਿਓ। ਰਾਸ਼ਟਰਪਤੀ ਨੂੰ ਚਾਹੀਦਾ ਸੀ ਇਹਨੂੰ ਮਿਲ ਲੈਂਦਾ, ਅੱਗੇ ਬੜੇ ਲੋਕ ਜਾ ਕੇ ਮਿਲਦੇ ਆ ਤੇ ਰਾਸ਼ਟਰਪਤੀ ਮਿਲ ਲੈਂਦਾ। ਇਹਨਾਂ ਦੀ ਵਾਰੀ ਉਹਨੇ ਕਹਿਤਾ ਕਿ ਤੁਹਾਡੇ ਬਿੱਲ ਤਾਂ ਅਜੇ ਤੱਕ ਗਵਰਨਰ ਨੇ ਇੱਥੇ ਭੇਜੇ ਨਹੀਂ, ਇਸ ਕਰਕੇ ਤੁਹਾਡੇ ਮਿਲਣ ਦਾ ਫਾਇਦਾ ਕੋਈ ਨਹੀਂ। ਜਦੋਂ ਉਹਨੇ ਇਹ ਕਹਿਤਾ ਤੇ ਇਹਨਾਂ ਨੂੰ ਵੀ ਇਸ ਗੱਲ ਦਾ ਰੰਜ ਹੈ ਕਿ ਰਾਸ਼ਟਰਪਤੀ ਨੇ ਮਿਲਣ ਦਾ ਟਾਈਮ ਕਿਉਂ ਨਹੀਂ ਦਿੱਤਾ। ਇਹਨਾਂ ਨੇ ਉੱਥੇ ਫਿਰ ਕਹਿਤਾ ਕਿ ਅਸੀਂ ਜਾ ਕੇ ਧਰਨਾ ਲਾਵਾਂਗੇ ਰਾਜਘਾਟ ਤੇ, ਜਿੱਥੇ ਮਹਾਤਮਾ ਗਾਂਧੀ ਦੀ ਸਮਾਧੀ ਹੈ। ਜਦੋਂ ਉੱਥੇ ਚਲੇ ਤੇ ਦਿੱਲੀ ਪੁਲਿਸ ਨੇ ਉੱਥੇ ਰਾਜਘਾਟ ਦੇ ਉੱਤੇ ਮਹਾਤਮਾ ਗਾਂਧੀ ਦੀ ਸਮਾਧੀ ਤੇ ਦਫਾ 144 ਲਾਗੂ ਕਰ ਦਿੱਤੀ, ਜਿਹਦਾ ਮਤਲਬ ਹੈ ਕਿ ਉੱਥੇ 5 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਜੇ ਇਕੱਠੇ ਹੋਣਗੇ ਤੇ ਗ੍ਰਿਫਤਾਰ ਕੀਤੇ ਜਾਣਗੇ। ਇਹਨਾਂ ਨੇ ਖੜੇ ਪੈਰ ਆਪਣਾ ਪ੍ਰੋਗਰਾਮ ਬਦਲਿਆ ਤੇ ਇਹ ਕਹਿਤਾ ਜੀ ਅਸੀਂ ਉੱਥੇ ਕੁਛ ਨਹੀਂ ਕਰਦੇ, ਅਸੀਂ ਜੰਤਰ ਮੰਤਰ ਜਿਹੜਾ ਪਾਰਲੀਮੈਂਟ ਭਵਨ ਦੇ ਨੇੜੇ ਹੀ ਆ ਤੇ ਜਿੱਥੇ ਸਾਰੇ ਧਰਨੇ ਲੱਗਦੇ ਅਸੀਂ ਉੱਥੇ ਜਾ ਕੇ ਲਾ ਲਾਂਗੇ। ਇਹਨਾਂ ਨੇ ਉੱਥੇ ਜਾ ਕੇ ਧਰਨਾ ਦੇਣ ਦਾ ਐਲਾਨ ਕਰਤਾ। ਕੈਪਟਨ ਅਮਰਿੰਦਰ ਸਿੰਘ ਦੇ ਧਰਨੇ ਵਿੱਚ ਸੁਖਪਾਲ ਸਿੰਘ ਖਹਿਰਾ ਜਿਹੜਾ ਆਮ ਆਦਮੀ ਪਾਰਟੀ ਤੋਂ ਰੁੱਸਿਆ ਉਹਨਾਂ ਦਾ MLA ਆ ਤੇ ਵੱਖਰੀ ਪਾਰਟੀ ਬਣਾਈ ਬੈਠਾ, ਉਹ ਵੀ ਉੱਥੇ ਪਹੁੰਚ ਗਿਆ। ਅਕਾਲੀ ਦਲ ਨਾਲ ਜਿਹੜਾ ਵੱਖਰਾ ਗਰੁੱਪ ਹੋਇਆ ਢੀਂਡਸਾ ਗਰੁੱਪ, ਉਹਦੇ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਵੀ ਜਿਹੜਾ ਉੱਥੇ ਪਹੁੰਚ ਗਿਆ। ਇਹਨਾਂ ਸਾਰਿਆਂ ਨੇ ਜਾ ਕੇ ਉੱਥੇ, ਇੱਥੋਂ ਤੱਕ ਕਿ ਕਾਂਗਰਸ ਪਾਰਟੀ ਦਾ ਜਿਹੜਾ ਰੁੱਸਿਆ ਸਮਝਿਆ ਜਾਂਦਾ MLA ਨਵਜੋਤ ਸਿੰਘ ਸਿੱਧੂ, ਉਹ ਵੀ ਉੱਥੇ ਪਹੁੰਚ ਗਿਆ। ਇਹਨਾਂ ਦੇ ਪਹੁੰਚਣ ਤੋਂ ਬਾਅਦ ਨਹੀਂ ਪਹੁੰਚੇ ਉੱਥੇ ਤੇ ਇੱਕ ਆਮ ਆਦਮੀ ਪਾਰਟੀ ਵਾਲੇ ਨਹੀਂ ਪਹੁੰਚੇ, ਬਕਾਇਦਾ ਪਾਰਟੀ ਸਾਰੀ ਦੀ ਸਾਰੀ ਬਾਹਰ ਰਹੀ। ਉਹਨਾਂ ਆਖਿਆ ਡਰਾਮਾ ਅਸੀਂ ਇੱਥੇ ਜਾਣਾ ਨਹੀਂ। ਦੂਸਰਾ, ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪਾਰਟੀ ਅਕਾਲੀ ਦਲ, ਉਹ ਇਹਦੇ 'ਚ ਨਹੀਂ ਪਹੁੰਚੀ। ਉਲਟਾ ਇਹਦੀ ਥਾਂ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਪਹੁੰਚਿਆ। ਉਹਨੇ ਆਖਿਆ ਜੀ ਇਹ ਸਾਰਾ ਡਰਾਮਾ, ਜੇ ਤੁਸੀਂ ਇਹੋ ਕੁਝ ਹੀ ਕਰਨਾ ਤੇ ਕੈਪਟਨ ਅਮਰਿੰਦਰ ਸਿੰਘ ਉੱਥੇ ਜਾ ਕੇ ਧਰਨਾ ਨਾ ਲਾਵੇ। ਅੱਗੋਂ ਉਹਨੇ ਵਰਤ ਨਹੀਂ ਆਖਿਆ, ਉਹਨੇ ਆਖਿਆ ਮਰਨ ਵਰਤ ਰੱਖ ਲੈ।
ਮਰਨ ਵਰਤ ਦਾ ਮਤਲਬ ਇਹ ਹੁੰਦਾ ਕਿ ਮੇਰੀ ਆਹ ਮੰਗ ਜੇ ਨਾ ਮੰਨੀ ਗਈ ਤੇ ਮੈਂ ਪੁਕਾਰੇ ਕਿ ਮਰ ਹੀ ਜਾਊਂਗਾ। ਉਹਦਾ ਮਰਨ ਵਰਤ ਦੀ ਗੱਲ ਉਹਨੇ ਆਖੀ। ਉਹਦੇ ਤੋਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਕੱਲ ਕੌੜ ਕੱਢੀ। ਉਹਨੇ ਆਖਿਆ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਬਿੱਲ ਸੈਂਟਰ ਗੌਰਮੈਂਟ ਦੇ ਉੱਤੇ ਆਪਣੇ ਮੰਤਰੀ ਮੰਡਲ 'ਚ ਪਾਸ ਕੀਤੇ ਸੀ, ਹਰਸਿਮਰਤ ਕੌਰ ਬਾਦਲ ਉੱਥੇ ਬੈਠੀ ਸੀ, ਜੇ ਤੁਸੀਂ ਇਹੋ ਕੁਝ ਕਰਨਾ ਸੀ ਤੇ ਫਿਰ ਤੁਸੀਂ ਉਦੋਂ ਤੁਸੀਂ ਵਰਤ ਕਿਉਂ ਨਾ ਰੱਖਿਆ? ਅੱਜ ਮੈਨੂੰ ਤੁਸੀਂ ਕਹਿਣ ਡਏ ਹੋ। ਅੱਛਾ, ਇਹਦੇ ਤੋਂ ਅਗਲੀ ਗੱਲ ਉਹਨੇ ਫਿਰ ਆਪਣੀ ਦੱਸ ਦਿੱਤੀ ਕਿ ਮੈਂ ਸਾਬਕਾ ਫੌਜੀ ਹਾਂ, ਮੈਂ ਜੰਗਾਂ ਲੜੀਆਂ ਨੇ, ਔਰ ਜਦੋਂ ਮੈਂ ਸੇਵਾ ਮੁਕਤੀ ਲੈ ਲਈ, ਮੈਂ ਰਿਟਾਇਰਮੈਂਟ ਲੈ ਲਈ ਵਲੰਟਰੀ, ਤੇ ਉਹਦੇ ਤੋਂ ਬਾਅਦ ਪਾਕਿਸਤਾਨ ਨਾਲ ਜੰਗ ਲੱਗ ਗਈ ਸੀ। ਉਸ ਜੰਗ ਵਾਸਤੇ ਮੈਂ ਫਿਰ ਦੁਬਾਰਾ ਫੌਜ ਵਿੱਚ ਗਿਆ ਤੇ ਖੇਮਕਰਨ ਦੇ ਮੋਰਚੇ ਤੇ ਮੈਂ ਉਹ ਸਮਾਂ ਕੱਢਿਆ ਹੋਇਆ। ਮੈਨੂੰ ਲੋਕਾਂ ਵਾਸਤੇ ਲੜਨਾ ਆਉਂਦਾ, ਮੈਂ ਦੇਸ਼ ਵਾਸਤੇ ਵੀ ਕੁਰਬਾਨੀ ਕੀਤੀ ਹੋਈ ਹੈ ਤੇ ਪੰਜਾਬ ਵਾਸਤੇ ਵੀ ਕਰ ਸਕਦਾ। ਮੈਨੂੰ ਸੁਖਬੀਰ ਸਿੰਘ ਬਾਦਲ ਇਹ ਦੱਸੇ ਕਿ ਇਹਨਾਂ ਨੇ ਹੁਣ ਤੱਕ ਕਿਹੜੀ ਕੁਰਬਾਨੀ ਕੀਤੀ ਹੈ। ਉਹਨੇ ਫਿਰ ਇਹ ਵੀ ਦੱਸਤਾ ਕਿ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਤੇ ਮੈਂ ਕਾਂਗਰਸ ਪਾਰਟੀ ਤੋਂ ਤੇ ਪਾਰਲੀਮੈਂਟ ਦੀ ਮੈਂਬਰੀ ਦੋਵਾਂ ਤੋਂ ਅਸਤੀਫਾ ਦੇ ਗਿਆ ਸੀ। ਉਹਨੇ ਕਿਹਾ ਜੀ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਅਕਾਲੀ ਸਰਕਾਰ ਹੁੰਦੀ ਸੀ, ਉਹਨਾਂ ਨੇ ਦਰਬਾਰ ਸਾਹਿਬ 'ਚ ਪੁਲਿਸ ਭੇਜੀ ਸੀ ਤੇ ਮੈਂ ਉਦੋਂ ਮੰਤਰੀ ਹੁੰਦਾ ਸਾਂ ਤੇ ਮੈਂ ਮੰਤਰੀ ਦਾ ਅਹੁਦਾ ਛੱਡ ਕੇ ਅਸਤੀਫਾ ਦੇ ਕੇ ਆ ਗਿਆ ਸਾਂ। ਅੱਜ ਵੀ ਲੋੜ ਪਈ ਤੇ ਮੈਂ ਦੇ ਦਿਆਂਗਾ। ਪਰ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਦਾ ਪਿਆ, ਇਹਨਾਂ ਗੱਲਾਂ ਦਾ ਮਤਲਬ ਕੋਈ ਨਹੀਂ ਗਾ। ਸੁਖਬੀਰ ਸਿੰਘ ਬਾਦਲ ਇਹ ਦੱਸੇ ਕਿ ਉਹਨਾਂ ਨੇ ਕਦੋਂ ਵਰਤ ਰੱਖਿਆ ਸੀ ਤੇ ਕਿਹਦੇ ਵਾਸਤੇ ਰੱਖਿਆ ਸੀ। ਬਿੱਲ ਤਾਂ ਤੁਸੀਂ ਪਾਸ ਕਰਾਏ ਹੋ ਤੇ ਕਰਾ ਕੇ ਆਏ ਹੋ ਤੇ ਹੁਣ ਸਾਨੂੰ ਕਾਹਦਾ ਮਿਹਣਾ ਦਿੰਦੇ ਹੋ? ਉਹ ਇਹਨਾਂ ਦੀ ਲੜਾਈ ਆਪਸ ਵਿੱਚ ਵੱਖਰੀ ਆ। ਇਸ ਲੜਾਈ ਨੂੰ ਅਸੀਂ ਛੱਡ ਕੇ ਇਹਦੀ ਥਾਂ ਤੇ ਅਸੀਂ ਦੂਸਰੀ ਗੱਲ ਵੇਖੀਏ ਕਿ ਉੱਥੇ ਕੱਲ ਇਕੱਠ ਚੰਗਾ ਤਗੜਾ ਹੋ ਗਿਆ ਔਰ ਪੰਜਾਬ ਦੇ ਜਿੰਨੇ ਕਾਂਗਰਸੀ MLA ਤੇ MP ਉੱਥੇ ਗਏ, ਜਿਹੜੇ ਸੁਖਪਾਲ ਸਿੰਘ ਖਹਿਰੇ ਵਾਲਾ ਧੜਾ ਇਹ ਵੀ ਉੱਥੇ ਗਏ, ਨਵਜੋਤ ਸਿੰਘ ਸਿੱਧੂ ਵੀ ਪਹੁੰਚ ਗਿਆ। ਕਾਂਗਰਸ ਦੇ ਦੋ ਜਿਹੜੇ ਨਾਰਾਜ਼ MP ਨੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ, ਉਹ ਦੋਵੇਂ ਉੱਥੇ ਨਹੀਂ ਗਏ। ਪਰਮਿੰਦਰ ਸਿੰਘ ਢੀਂਡਸਾ ਪਹੁੰਚ ਗਿਆ। ਇਹਨਾਂ ਸਾਰਿਆਂ ਦੇ ਪਹੁੰਚਣ ਤੋਂ ਬਾਅਦ ਕੇਂਦਰ ਸਰਕਾਰ ਦੇ ਦਬਾਅ ਤਾਂ ਇਸ ਗੱਲ ਦਾ ਹੈਗਾ ਹੀ ਹੈਗਾ ਕਿ ਦੇਖੋ ਤੁਸੀਂ ਉਹਨਾਂ ਦੀ ਜਿਹੜੀ ਗੱਲਬਾਤ ਹੈ ਸੁਣਨ ਨੂੰ ਤਿਆਰ ਨਹੀਂ ਤੇ ਉਹ ਐਡਾ ਵੱਡਾ ਇਕੱਠ ਕਰਕੇ ਇੱਥੇ ਆ ਕੇ ਬੈਠੇ ਨੇ। ਜਿਹੜੀ ਖਬਰ ਹੁਣ ਤੱਕ ਸਿਰਫ ਪੰਜਾਬ ਦੀ ਸੀ, ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਜਾ ਕੇ ਦਿੱਲੀ 'ਚ ਧਰਨਾ ਮਾਰਿਆ, ਉਹਦੇ ਤੋਂ ਬਾਅਦ ਉਹ ਨੈਸ਼ਨਲ ਨਿਊਜ਼ ਬਣ ਚੁੱਕੀ ਹੈ। ਇੱਕ ਦਿਨ ਅੱਗੇ ਨੈਸ਼ਨਲ ਨਿਊਜ਼ ਬਣੀ ਸੀ ਜਦੋਂ ਆਮ ਆਦਮੀ ਪਾਰਟੀ ਨੇ ਦਿੱਲੀ ਜਾ ਕੇ ਧਰਨਾ ਮਾਰਿਆ ਸੀ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਹਨਾਂ ਦੇ ਨਾਲ ਧਰਨੇ ਵਿੱਚ ਦਰੀ ਤੇ ਬੈਠਾ ਸੀ। ਉਦੋਂ ਵੀ ਨੈਸ਼ਨਲ ਨਿਊਜ਼ ਬਣੀ ਤੇ ਕੱਲ ਉਹਦੇ ਨਾਲੋਂ ਵੀ ਵੱਡੀ ਬਣ ਗਈ ਆ। ਇਸ ਤਰ੍ਹਾਂ ਦੀ ਨੈਸ਼ਨਲ ਨਿਊਜ਼ ਅਜੇ ਤੱਕ ਹੋਰ ਕਿਸੇ ਪਾਰਟੀ ਨੇ ਨਹੀਂ ਬਣਾਈ। ਮੈਂ ਸਮਝਦਾ ਕੱਲ ਦੇ ਧਰਨੇ ਦਾ ਫਾਇਦਾ ਇਹ ਤਾਂ ਹੋ ਗਿਆ ਕਿ ਸਾਰੇ ਦੇਸ਼ ਵਿੱਚ ਚਰਚਾ ਚੱਲ ਪਈ ਹੈ, ਪਰ ਗੱਲ ਇਹ ਤੋਂ ਅੱਗੇ ਵੀ ਲਿਜਾਣ ਦੀ ਲੋੜ ਹੈ ਜੀ। ਤੇ ਪੰਚ ਸਾਹਿਬ, ਉੱਧਰ 328 ਲਾਪਤਾ ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਸੀ ਤੇ ਸ਼੍ਰੋਮਣੀ ਕਮੇਟੀ ਨੇ ਜਿਹੜੇ ਦੋਸ਼ੀ ਕਰਾਰ ਦਿੱਤੇ ਸੀ ਕਰਮਚਾਰੀ, ਉਹਨਾਂ ਦੇ ਵਿੱਚੋਂ ਕੁਝ ਨੇ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਇਹਨਾਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸ ਬਾਬਤ ਕੀ ਰਿਪੋਰਟ ਹੈ ਜੀ? ਦੇਖੋ, ਜਿਸ ਤਰ੍ਹਾਂ 328 ਜਿਹੜੇ ਸਰੂਪ ਸੀ ਉਹਨਾਂ ਦਾ ਮਾਮਲਾ ਉੱਠਿਆ ਸੀ, ਉਹਦੇ ਉੱਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤੇ ਦੂਸਰਿਆਂ ਨੇ ਉਹਨਾਂ ਨੇ ਇੱਕ ਜਾਂਚ ਕਮਿਸ਼ਨ ਬਣਾ ਕੇ ਤੇ ਉਹਦੀ ਪੜਤਾਲ ਕਰਾਈ ਸੀ। ਉਸ ਪੜਤਾਲ ਤੋਂ ਬਾਅਦ ਇਸ ਤਰ੍ਹਾਂ ਹੋਇਆ ਸੀ ਕਿ ਫਿਰ ਜਾਂਚ ਕਮਿਸ਼ਨ ਨੇ ਇਹ ਦੱਸਿਆ ਸੀਗਾ ਕਿ ਉੱਥੇ 328 ਸਰੂਪ ਗਾਇਬ ਨੇ। ਉਦੋਂ ਪਹਿਲਾਂ ਕੋਈ 267 ਕਹਿੰਦਾ ਸੀ, ਕੋਈ 61 ਕਹਿੰਦਾ ਸੀ, ਕੋਈ 80 ਕਹਿੰਦਾ ਸੀ। ਅਜੇ ਵੀ ਇਹਦੇ ਬਾਰੇ ਸਪਸ਼ਟਤਾ ਹੈ ਨਹੀਂ, ਪਰ ਸਪਸ਼ਟ ਨਾ ਹੋਣ ਦੇ ਬਾਵਜੂਦ ਕਿਉਂਕਿ ਉਹ ਜਾਂਚ ਕਮਿਸ਼ਨ ਦੀ ਰਿਪੋਰਟ 'ਚ 328 ਲਿਖੇ ਜਾ ਚੁੱਕੇ ਆ, 328 ਦੀ ਗੱਲ ਚੱਲਦੀ ਆ। ਉਸ 328 ਦੇ ਨਾਲ ਅਗਲੀ ਗੱਲ ਇਹ ਆ ਕਿ ਜਦੋਂ ਉੱਥੇ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਆਖਿਆ ਕਿ ਫਲਾਣੇ ਬੰਦੇ ਜਿਹੜੇ ਆ ਇਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਊਗਾ, ਇਹਨਾਂ ਦੇ ਉੱਤੇ ਅਸੀਂ ਪੁਲਿਸ ਕੋਲ ਮੁਕੱਦਮਾ ਵੀ ਦਰਜ ਕਰਾਵਾਂਗੇ, ਉਹਨਾਂ ਬੰਦਿਆਂ ਨੇ ਆ ਕੇ ਤਰਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਇੱਕ ਹਫ਼ਤੇ ਬਾਅਦ ਹੀ ਆਪਣਾ ਪ੍ਰੋਗਰਾਮ ਬਦਲ ਲਿਆ, ਸਾਰਾ ਫੈਸਲਾ ਬਦਲ ਕੇ ਕਹਿਤਾ ਜੀ ਪੁਲਿਸ ਨੂੰ ਕੇਸ ਅਸੀਂ ਕੋਈ ਨਹੀਂ ਦੇਣੇ, ਅਦਾਲਤਾਂ ਵਿੱਚ ਮੁਕੱਦਮੇ ਕੋਈ ਨਹੀਂ ਕਰਨੇ, ਉਹਦੇ ਬਜਾਏ ਅਸੀਂ ਇਹਨਾਂ ਸਾਰਿਆਂ ਦੇ ਖਿਲਾਫ ਆਪੇ ਐਕਸ਼ਨ ਲਵਾਂਗੇ। ਜਿਨ੍ਹਾਂ ਦੇ ਖਿਲਾਫ ਐਕਸ਼ਨ ਲਿਆ, ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਉਹ ਵੀ ਹਾਈ ਕੋਰਟ ਪਹੁੰਚ ਗਏ, ਜਿਨ੍ਹਾਂ ਨੂੰ ਸਸਪੈਂਡ ਕੀਤਾ ਉਹ ਵੀ ਪਹੁੰਚ ਗਏ। ਉਹਨਾਂ ਚੋਂ ਇੱਕ ਜਣੇ ਨੇ ਆ ਕੇ ਆਖਿਆ ਜੀ ਮੇਰੇ ਕੋਲ ਸਬੂਤ ਹੈ ਕਿ ਮੇਰਾ ਕੋਈ ਕਸੂਰ ਨਹੀਂ, ਕਸੂਰ ਹੋਰਨਾਂ ਬੰਦਿਆਂ ਦਾ ਤੇ ਸਜ਼ਾ ਮੈਨੂੰ ਦਿੱਤੀ ਗਈ ਹੈ। ਇਹ ਗੱਲ ਉਸ ਬੰਦੇ ਨੇ ਆਖੀ ਹੈ ਜਿਹੜਾ ਬੰਦਾ ਪਹਿਲਾਂ 3 ਵਾਰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਤੇ ਸ਼੍ਰੋਮਣੀ ਕਮੇਟੀ 'ਚ ਜੁਰਮਾਨਾ ਭਰ ਚੁੱਕਾ। ਦੂਸਰਾ ਬੰਦਾ ਉਹ ਆ ਜਿਹੜਾ ਕਹਿੰਦਾ ਕਿ ਮੈਂ ਤਾਂ ਉਸ ਵਕਤ ਜਦੋਂ ਇਹ ਘਟਨਾ ਵਾਪਰੀ ਆ ਉੱਥੇ ਪਬਲਿਕੇਸ਼ਨ ਡਿਪਾਰਟਮੈਂਟ 'ਚ ਹੁੰਦਾ ਹੀ ਨਹੀਂ ਸੀ, ਤੇ ਜਦੋਂ ਇਹਨਾਂ ਨੇ ਬਾਅਦ 'ਚ ਸਾਰਾ ਕੁਝ ਕੀਤਾ
ਤੇ ਮੈਂ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਨੂੰ ਮਿਲਿਆ, ਯਾਰ ਤੇ ਸਾਰਾ ਕੁਝ ਗਲਤ ਹੋਇਆ ਤੇ ਮੈਨੂੰ ਐਵੇਂ ਫਸਾਇਆ ਜਾ ਰਿਹਾ, ਮੇਰਾ ਕੀ ਕਸੂਰ ਆ? ਤੇ ਉਹ ਕਹਿੰਦਾ ਮੈਨੂੰ ਇਹਨਾਂ ਨੇ ਆਖਿਆ ਸੀ ਤੂੰ ਚੁੱਪ ਕੀਤਾ ਰਹੇ, ਬਾਅਦ ਚ ਵੇਖ ਲਾਂਗੇ, ਕੱਢ ਲਾਂਗੇ ਰਾਹ ਕੋਈ। ਮਗਰੋਂ ਇਹਨਾਂ ਨੇ ਕਮਿਸ਼ਨ ਬਣਾ ਕੇ ਤੇ ਜਾਂਚ ਕਰਕੇ ਮੈਨੂੰ ਕੱਢਤਾ। ਉਹ ਕਹਿੰਦਾ ਜਦੋਂ ਇਹ ਘਟਨਾਵਾਂ ਵਾਪਰੀਆਂ ਮੈਂ ਤੇ ਉੱਥੇ ਪਬਲਿਕੇਸ਼ਨ ਡਿਪਾਰਟਮੈਂਟ ਵਿੱਚ ਹੀ ਨਹੀਂ ਸੀ। ਉਹਨੇ ਵੀ ਜਾ ਕੇ ਹਾਈ ਕੋਰਟ ਵਿੱਚ ਕੇਸ ਕਰਤਾ। ਹੁਣ ਹਾਈ ਕੋਰਟ ਦੀ ਸੁਣਵਾਈ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪੱਕੇ ਵਕੀਲ ਉੱਥੇ ਬੈਠੇ ਨੇ, ਉਹਨਾਂ ਨੇ ਉਸੇ ਵੇਲੇ ਜਾ ਕੇ ਹਾਈ ਕੋਰਟ ਨੂੰ ਅਰਜ਼ੀ ਦੇ ਦਿੱਤੀ ਹੈ ਕਿ ਸਾਡਾ ਪੱਖ ਸੁਣਨ ਤੋਂ ਬਗੈਰ ਤੁਸੀਂ ਕਿਸੇ ਵੀ ਤਰੀਕੇ ਕਿਸੇ ਦੀ ਕੋਈ ਅਰਜ਼ੀ ਦੇ ਉੱਤੇ ਇਸ ਤਰ੍ਹਾਂ ਦਾ ਆਰਡਰ ਜਾਰੀ ਨਾ ਕਰਿਓ। ਜੱਜਾਂ ਨੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਕਰ ਦਿੱਤਾ। ਪਰ ਸਵਾਲ ਇਹ ਹੈ ਕਿ ਸ਼੍ਰੋਮਣੀ ਕਮੇਟੀ 'ਚ ਜੋ ਕੁਝ ਹੁੰਦਾ ਪਿਆ ਉਹ ਸਾਰੇ ਦਾ ਸਾਰਾ ਸਿਰਫ ਇੱਥੋਂ ਤੱਕ ਸੀਮਿਤ ਥੋੜਾ। ਪਹਿਲਾ ਸਵਾਲ ਤਾਂ ਇਹੋ ਹੀ ਬਹੁਤ ਵੱਡਾ ਕਿ ਲੋਕੀ ਸ਼ਰਧਾ ਨਾਲ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਜਾਗਤ ਜੋਤ ਹਾਜ਼ਰਾ ਹਜ਼ੂਰ ਗੁਰੂ ਕਹਿੰਦੇ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼੍ਰੋਮਣੀ ਕਮੇਟੀ ਚੋਂ ਬਾਹਰ ਦੇ ਬਾਹਰ ਜਾਂਦੇ ਰਹੇ ਤੇ ਵਿਕਦੇ ਰਹੇ। ਇਹ ਵੇਚਦੇ ਰਹੇ ਨੇ। ਹੁਣ ਲਫ਼ਜ਼ ਭਾਵੇਂ ਭੇਟਾ ਦਾ ਵਰਤਦੇ ਆ, ਭੇਟਾ ਤੇ ਤਾਂ ਜੇ ਕਿਸੇ ਨੂੰ ਤੁਸੀਂ ਦਿੰਦੇ ਆ ਤੇ ਉਹ ਉਹਦੇ ਬਦਲੇ 'ਚ ਆਪਣੀ ਸ਼ਰਧਾ ਨਾਲ ਕੋਈ ਭੇਟਾ ਦਿੰਦਾ। ਇਹ ਸ਼ਰਧਾ ਦੇ ਬਜਾਏ ਜਦੋਂ ਪਹਿਲਾਂ ਮਿੱਥ ਕੇ ਮੰਗਿਆ ਜਾਵੇ ਇੰਨੇ ਪੈਸੇ ਲੈਣੇ ਆ, ਉਹ ਤਾਂ ਫਿਰ ਮੁੱਲ ਬਣ ਜਾਂਦਾ। ਦੂਸਰੀ ਗੱਲ ਇਹ ਕਿ ਜਿਹੜੇ ਸ਼ਰਧਾ ਦੇ ਪੈਸੇ ਸੀ ਉਹ ਫਿਰ ਗੋਲਕਾਂ 'ਚ ਆਉਣੇ ਚਾਹੀਦੇ ਸੀ। ਸ਼੍ਰੋਮਣੀ ਕਮੇਟੀ ਕਹਿੰਦੀ ਆ ਜੀ ਗੋਲਕਾਂ ਵਿੱਚ ਆਏ ਨਹੀਂ। ਜੇ ਗੋਲਕਾਂ ਵਿੱਚ ਆਏ ਨਹੀਂ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਭੇਟ ਦਾ ਜੇ 5-5 ਹਜ਼ਾਰ ਰੁਪਇਆ ਵੀ ਲਿਆ ਹੋਵੇ ਤੇ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਲੱਖਾਂ ਰੁਪਏ ਬਣ ਜਾਂਦੇ ਨੇ। ਉਹ ਤਾਂ ਕਿੱਥੇ ਚਲੇ ਗਏ? ਇੰਨੇ ਪੈਸੇ ਜਿਹੜੇ ਕਿਸੇ ਪਾਸੇ ਚਲੇ ਜਾਣੇ ਆ, ਉਹਦੇ ਉੱਤੇ ਹੁਣ ਤੱਕ ਸ਼੍ਰੋਮਣੀ ਕਮੇਟੀ ਚੁੱਪ ਕਿਉਂ ਰਹੀ? ਜਿਹੜੇ ਉੱਥੇ ਉਸ ਵਕਤ ਦੇ ਆਡੀਟਰ ਸਨ ਜਿਹੜੇ ਜਿਨ੍ਹਾਂ ਨੇ ਆਡਿਟ ਕੀਤਾ ਸੀ ਕੋਹਲੀ ਐਂਡ ਕੰਪਨੀ, ਉਹਨਾਂ ਦੇ ਬਾਰੇ ਪਹਿਲਾਂ ਇਹ ਸ਼ਿਕਾਇਤ ਹੁੰਦੀ ਸੀ ਕਿ ਉਹ ਤਨਖਾਹ ਸ਼੍ਰੋਮਣੀ ਕਮੇਟੀ ਚੋਂ ਲੈਂਦੇ ਆ ਔਰ ਲੱਖਾਂ ਦੀ ਲੈਂਦੇ ਆ, ਲੱਖਾਂ ਕਰੋੜਾਂ ਦੀ ਲੈਂਦੇ ਆ, ਪਰ ਕਰੋੜਾਂ ਰੁਪਇਆ ਲੈ ਕੇ ਤੇ ਉਹਦੇ ਵਿੱਚੋਂ ਕੰਮ ਉੱਥੇ ਕੋਈ ਨਹੀਂ ਕਰਦੇ। ਕੰਮ ਇੱਕ ਖਾਸ ਪਰਿਵਾਰ ਦੀਆਂ ਬੱਸਾਂ ਦੇ ਆਡਿਟ ਕਰਨ ਦਾ ਕਰਦੇ ਆ। ਉਹਦੇ ਬਾਰੇ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਕਿ ਪਿਛਲੇ 5 ਸਾਲਾਂ 'ਚ ਇਹਨਾਂ ਨੂੰ ਜਿੰਨੇ ਕਰੋੜ ਦਿੱਤੇ ਆ ਉਹ ਸਾਰੇ ਕਰੋੜ ਦੇ ਵਿੱਚੋਂ 75% ਦੀ ਰਿਕਵਰੀ ਕੀਤੀ ਜਾਵੇ ਤੇ 25% ਦੀ ਉੱਥੇ ਛੱਡ ਦਿੱਤਾ ਜਾਵੇ। ਇਹ ਸਾਰੇ ਫੈਸਲੇ ਜਦੋਂ ਲਏ ਗਏ, ਪਤਾ ਤੇ ਉਦੋਂ ਹੀ ਸੀ ਕਿ ਉਹਨੇ ਮਾਮਲੇ ਇੱਥੇ ਨਹੀਂ ਜਾਣੇ, ਅਦਾਲਤਾਂ ਵਿੱਚ ਚਲੇ ਜਾਣੇ ਆ। ਅਦਾਲਤ ਵਿੱਚ ਮਸਲਾ ਚਲਾ ਗਿਆ। ਉੱਥੇ ਜਾਣ ਤੋਂ ਬਾਅਦ ਹੁਣ ਅਦਾਲਤ ਕੀ ਫੈਸਲਾ ਕਰਦੀ ਉਹ ਤੇ ਬਾਅਦ 'ਚ ਹੋਵੇਗਾ। ਉਹਦੇ ਨਾਲ ਵੀ ਵੱਡਾ ਸਵਾਲ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਲੋਕਾਂ ਦੀ ਨਜ਼ਰ ਵਿੱਚ ਇੱਕ ਤਰ੍ਹਾਂ ਨਾਲ ਬੇਪਰਦ ਹੋ ਗਈ। ਇਹ ਪਤਾ ਲੱਗ ਗਿਆ ਕਿ ਅੰਦਰ ਘਾਲੇ ਮਾਲੇ ਬਹੁਤ ਹੁੰਦੇ ਆ ਤੇ ਲੀਡਰਸ਼ਿਪ ਉਹਨਾਂ ਸਾਰੇ ਘਾਲੇ ਮਾਲਿਆਂ ਦੇ ਉੱਤੇ ਇਸ ਤਰ੍ਹਾਂ ਪਰਦਾ ਪਾਉਂਦੀ ਪਈ ਆ ਤਾਂ ਕਿ ਪਤਾ ਨਾ ਲੱਗ ਜਾਵੇ ਕੀ ਹੋ ਰਿਹਾ। ਘਾਲੇ ਮਾਲੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਪਹਿਲਾਂ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਨਹੀਂ ਆ। ਲੰਗਰ ਦੀ ਦਾਲ ਤੋਂ ਲੈ ਕੇ ਲੰਗਰ ਦੇ ਆਟੇ ਤੱਕ ਵੀ ਹੁੰਦੇ ਰਹੇ। ਫਿਰ ਘਾਲੇ ਮਾਲੇ ਕੜਾਹ ਪ੍ਰਸ਼ਾਦ ਜਾਂ ਲੋਕੀ ਸ਼ਰਧਾ ਨਾਲ ਉੱਥੇ ਕਰਾਉਂਦੇ ਆ, ਉਹਦੇ ਵਿੱਚ ਵੀ ਹੋਏ ਤੇ ਲੋਕਾਂ ਤੋਂ ਪਰਚੀਆਂ ਕੱਟੀਆਂ ਗਈਆਂ, ਪ੍ਰਸ਼ਾਦ ਕਰਵਾ ਲਿਆ, ਪਰ ਬਾਅਦ ਵਿੱਚ ਜਿਹੜੀਆਂ ਪਰਚੀਆਂ ਸੀ ਉਹਨਾਂ ਦੇ ਮੁਤਾਬਕ ਪੈਸੇ ਖਾਤੇ ਜਮ੍ਹਾਂ ਨਹੀਂ ਹੋਏ ਤੇ ਸ਼ਿਕਾਇਤ ਹੋਈ, ਪੜਤਾਲ ਕੀਤੀ ਤੇ ਪਰਚੀਆਂ ਜਾਲੀ ਫੜੀਆਂ ਗਈਆਂ ਤੇ ਉਹਨੀਆਂ ਪਰਚੀਆਂ ਜਿਹੜੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੱਟਦੇ ਆ ਤੇ ਉਹਨੀਆਂ ਪਰਚੀਆਂ ਬਾਹਰ ਦੀ ਬਾਹਰ ਜਾਲੀ ਕੱਟੀਆਂ ਜਾਂਦੀਆਂ ਨੇ। ਇਹਦਾ ਮਤਲਬ ਅੱਧ ਪਚੱਧੇ ਪੈਸੇ ਸ਼੍ਰੋਮਣੀ ਕਮੇਟੀ ਨੂੰ ਤੇ ਅੱਧ ਪਚੱਧੇ ਜਿਹੜੇ ਆ ਬਾਹਰ ਦੇ ਬਾਹਰ ਆਪੋ ਵਿੱਚ ਵੰਡੇ ਜਾਂਦੇ ਰਹੇ। ਤੇ ਗੁਰੂ ਗ੍ਰੰਥ ਅੰਦਰ ਦਰਬਾਰ ਸਾਹਿਬ ਦੇ ਜਿਹੜੇ ਚੰਦੋਏ ਲੱਗਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜਾ ਚੰਦੋਆ ਤਾਣਿਆ ਜਾਂਦਾ, ਉਹਨਾਂ ਚੰਦੋਇਆਂ ਦਾ ਬਹੁਤ ਵੱਡਾ ਸਕੈਂਡਲ 2 ਵਾਰੀ ਫੜਿਆ ਜਾ ਚੁੱਕਾ ਕਿ ਇੱਕੋ ਚੰਦੋਆ ਬਾਰ-ਬਾਰ ਲਿਆ ਕੇ ਲਾਇਆ ਜਾ ਰਿਹਾ। ਯਾਨੀ ਉੱਥੇ ਇੱਕ ਵੱਡੀ ਕੰਪਨੀ ਆ, ਉਹਨੇ 20-25 ਚੰਦੋਏ ਬਣਾਏ ਆ। ਇੱਕ ਚੰਦੋਆ 2 ਲੱਖ ਰੁਪਏ ਦਾ ਹੁੰਦਾ। ਉਸ 2 ਲੱਖ ਰੁਪਏ ਦਾ ਜਿਹੜਾ ਚੰਦੋਆ, ਉਸ ਚੰਦੋਏ ਤੋਂ ਫਿਰ ਹੁੰਦਾ ਇਹ ਹੈ ਕਿ ਉਹਨੂੰ ਇੱਕ ਵਾਰੀ ਲਾ ਕੇ ਦੂਜੀ ਵਾਰੀ ਲਾਉਣਾ ਨਹੀਂ। ਦੂਜੀ ਵਾਰੀ ਕੀ ਕਰਨਾ? ਕਹਿੰਦੇ ਜੀ ਰੈਗਸ ਦੇ ਵਿੱਚ ਵੇਚਤਾ। 2 ਲੱਖ ਦਾ ਚੰਦੋਆ ਕਹਿੰਦੇ ਜੀ ਉਹਨੂੰ ਕਬਾੜ ਦੇ ਵਿੱਚ ਅਸੀਂ 10,000 ਦਾ ਵੇਚਤਾ। ਉਹ ਉਸੇ ਦੁਕਾਨਦਾਰ ਨੂੰ ਵੇਚ ਦਿੰਦੇ ਆ, ਉਹਨੂੰ ਠੀਕ ਕਰਦਾ, ਡਰਾਈ ਕਲੀਨ ਕਰਦਾ ਤੇ ਅਗਲੇ ਹਫ਼ਤੇ ਫਿਰ ਲਿਆ ਕੇ ਵੇਚ ਕੇ 2 ਲੱਖ ਕਮਾ ਲੈਂਦਾ। ਹੁਣ ਉਹਦੇ ਚੋਂ ਜੋ 2 ਲੱਖ ਦਾ ਚੰਦੋਆ ਹੋਵੇ 10,000 ਦਾ ਉਹਨੇ ਦੁਬਾਰਾ ਖਰੀਦਿਆ ਹੋਵੇ 1,90,000 ਰੁਪਇਆ ਇੱਕ ਵਾਰੀ ਬਚਾ ਜਾਂਦਾ। ਤੇ ਇੱਕ ਚੰਦੋਏ ਚੋਂ ਇੰਨੇ ਬਚਦੇ ਹੋਣ ਤੇ ਮਹੀਨੇ ਦੇ 30 ਚੰਦੋਏ ਤੇ ਦਰਬਾਰ ਸਾਹਿਬ ਕੱਲੇ ਦੇ ਅੰਦਰ ਹੀ ਲੱਗ ਗਏ। ਇਹਨਾਂ 30 ਚੰਦੋਇਆਂ ਦੇ ਵਿੱਚੋਂ ਜਿਹੜਾ ਉਹ 60 ਲੱਖ ਰੁਪਇਆ ਕਮਾ ਰਿਹਾ ਉਹ ਕੱਲਾ ਤਾਂ ਨਹੀਂ ਖਾ ਰਿਹਾ, ਉਹ ਵੀ ਅੱਧੋ ਅੱਧੀ ਵੰਡਿਆ ਜਾਂਦਾ। ਅੱਛਾ, ਇਸੇ ਤਰ੍ਹਾਂ ਹੀ ਚੰਦੋਏ ਜਿਹੜੇ ਅਕਾਲ ਤਖਤ ਸਾਹਿਬ ਲੱਗਦੇ ਨੇ, ਅੰਦਰ ਦਰਬਾਰ ਸਾਹਿਬ ਦੇ ਅੰਦਰ ਹੀ 20-25 ਥਾਵਾਂ ਜਿੱਥੇ ਚੰਦੋਏ ਲੱਗਦੇ ਆ ਤੇ ਉਹ ਸਾਰੇ ਇਸੇ ਤਰ੍ਹਾਂ ਬਣ ਕੇ ਜਾਂਦੇ ਆ। ਕੋਈ ਚੰਦੋਆ 10,000 ਦਾ, ਕੋਈ ਚੰਦੋਆ 50,000 ਦਾ, ਕੋਈ ਚੰਦੋਆ ਲੱਖ ਦਾ। ਜਿਹੜਾ ਅੰਦਰ ਸ੍ਰੀ ਹਰਿਮੰਦਰ ਸਾਹਿਬ 'ਚ ਲੱਗਦਾ ਉਹ ਤਕਰੀਬਨ 2-2.5 ਲੱਖ ਰੁਪਏ ਦਾ ਲੱਗਦਾ। ਤੇ ਉਹਨਾਂ ਚੰਦੋਇਆਂ ਦੇ ਸਕੈਂਡਲ ਹੁਣ ਤੱਕ ਜਿੰਨੀ ਵਾਰ ਸਾਹਮਣੇ ਆਏ ਆ, ਉੱਥੇ ਤੇ ਇੱਕ ਥੋੜਾ ਇੰਨੀ ਕਿਸਮ ਦੇ ਸਕੈਂਡਲ ਸਾਹਮਣੇ ਆਉਂਦੇ ਪਏ ਆ
ਕਿ ਗਿਣੇ ਨਹੀਂ ਜਾਂਦੇ। ਸੋ ਹੁਣ ਵਾਲੇ ਮੁਲਾਜ਼ਮ ਤਾਂ ਚਲੇ ਗਏ ਹਾਈ ਕੋਰਟ 'ਚ। ਜੇ ਸਾਰੇ ਕੋਈ ਦੀ ਬਕਾਇਦਾ ਇੱਕ ਕਮੇਟੀ ਬਣਾ ਕੇ ਪੜਤਾਲ ਕੀਤੀ ਜਾਵੇ ਤੇ ਪਤਾ ਲੱਗ ਜਾਵੇ ਕਿ ਅੰਦਰ ਕਿੰਨੇ ਕਾਲੇ ਮਾਲੇ ਹੋ ਰਹੇ। ਠੀਕ। ਤੇ ਹੁਣ ਪੰਜ ਸਾਹਿਬ ਅਸੀਂ ਪੰਜਾਬ ਤੋਂ ਜੇਕਰ ਬਾਹਰ ਨਿਕਲੀਏ ਤੇ ਬਿਹਾਰ ਦੀਆਂ ਚੋਣਾਂ ਬਾਬਤ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ। 2 ਗੇੜ ਜਿਹੜੇ ਉਹ ਲੰਘ ਚੁੱਕੇ ਨੇ ਤੇ ਅੱਗੋਂ ਹੁਣ ਕੀ ਰਿਪੋਰਟ ਹੈ? ਜਿਹੜਾ ਦੂਸਰਾ ਗੇੜ ਸੀ ਉਹਦੀਆਂ ਵੋਟਾਂ ਪਰਸੋਂ ਪਈਆਂ 3 ਤਰੀਕ ਨੂੰ ਜੀ। ਇਹਦੇ ਦੌਰਾਨ ਜਿਹੜੀਆਂ ਰਿਪੋਰਟਾਂ ਉੱਥੋਂ ਆ ਰਹੀਆਂ ਨੇ ਜੀ, ਉਹ ਇਹ ਹੈ ਕਿ ਇੱਕ ਪਾਸੇ ਤਾਂ 2 ਵੱਡੇ ਧਨੰਤਰ ਨੇ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਿਹਾਰ ਦਾ ਪਿਛਲੇ 15 ਸਾਲਾਂ ਤੋਂ ਚੱਲਿਆ ਆਉਂਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ। ਦੂਸਰੇ ਪਾਸੇ ਜਿਹੜਾ ਮਹਾਗਠਜੋੜ ਬਣਿਆ ਜੀ, ਉਹਦਾ ਲੀਡਰ 31 ਸਾਲਾਂ ਦਾ ਮੁੰਡਾ ਹੈ ਲਾਲੂ ਪ੍ਰਸਾਦ ਦੇ। ਉਹਦੇ 9 ਬੱਚੇ ਆ, 9 ਚੋਂ ਸਭ ਤੋਂ ਛੋਟਾ ਬੱਚਾ ਜਿਹੜਾ ਤੇਜਸਵੀ ਯਾਦਵ ਹੈ ਜੀ, ਉਹ ਇਸ ਵੇਲੇ ਮਹਾਗਠਜੋੜ ਦੀ ਅਗਵਾਈ ਕਰਦਾ ਪਿਆ। ਸਹੀ। ਉਸ ਬੱਚੇ ਦੀ ਬੋਲਬਾਣੀ, ਉਹ ਹਰ ਇੱਕ ਗੱਲ, ਕੋਈ ਉਹਦੇ ਕੋਲ ਕਾਗਜ਼ੀ ਨਹੀਂ ਹੁੰਦਾ, ਜ਼ਬਾਨੀ ਬੋਲਦਾ। ਇੱਕ ਇੱਕ ਗੱਲ ਦੇ ਉੱਤੇ ਜ਼ਬਾਨੀ ਬੋਲਦਿਆਂ ਉਹ ਸਾਰੇ ਲੋਕਾਂ ਨੂੰ ਕੀਲ ਲੈਂਦਾ, ਇਹਨਾਂ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਵੀ ਦਿੰਦਾ, ਆਪਣੇ ਵੱਲੋਂ ਵਾਰ ਵੀ ਕਰਦਾ। ਸਭ ਤੋਂ ਵੱਡੀ ਗੱਲ ਉਹ ਇਹ ਕਰ ਰਿਹਾ ਕਿ ਉੱਥੋਂ ਦੇ ਲੋਕਾਂ ਨੂੰ ਦੱਸ ਰਿਹਾ ਕਿ ਇਸ ਵੇਲੇ ਬੇਰੁਜ਼ਗਾਰੀ ਬਹੁਤ ਆ, ਜੇ ਤੁਸੀਂ ਬਦਲਣਾ ਤੇ ਤੁਹਾਨੂੰ ਇਹ ਸਿਸਟਮ ਬਦਲਣਾ, ਉਸ ਤੋਂ ਪਹਿਲਾਂ ਸਰਕਾਰ ਬਦਲਣੀ ਪਵੇਗੀ। ਔਰ ਉਹਦੀ ਜਿਹੜਾ ਚੋਣ ਪ੍ਰਚਾਰ ਹੈ ਉਹਦੇ 'ਚ ਨੌਜਵਾਨ ਖਾਸ ਤੌਰ ਤੇ ਇਸ ਤਰ੍ਹਾਂ ਪਾਗਲ ਹੋ ਕੇ ਆਉਂਦੇ ਨੇ ਕਿ ਜਿੱਡੀਆਂ ਰੈਲੀਆਂ ਉਹਦੀਆਂ ਹੋ ਰਹੀਆਂ, ਉਹਦੀਆਂ ਰੈਲੀਆਂ ਪ੍ਰਧਾਨ ਮੰਤਰੀ ਮੋਦੀ ਦੀਆਂ ਵੀ ਨਹੀਂ ਹੋ ਰਹੀਆਂ, ਉਹ ਮੋਦੀ ਨਾਲੋਂ ਵੱਧ ਭੀੜਾਂ ਖਿੱਚ ਰਿਹਾ। ਤੇ ਜਿਹੜੀਆਂ ਰਿਪੋਰਟਾਂ ਉੱਥੋਂ ਆਉਂਦੀਆਂ, ਸਰਵੇਖਣ ਆਉਂਦੇ ਨੇ, ਉਹਨਾਂ ਸਰਵੇਖਣਾਂ ਦੇ ਮੁਤਾਬਕ ਉਸ ਮੁੰਡੇ ਦੀ ਪਾਰਟੀ ਪਹਿਲਾਂ ਤਾਂ ਇਹ ਸੀਗਾ ਕਿ ਪਛੜਦੀ ਆ, ਪਰ ਥੋੜੀ ਪਛੜਦੀ ਆ, ਫਿਰ ਹੌਲੀ ਹੌਲੀ ਫਾਸਲਾ ਘਟਦਾ ਗਿਆ। ਹੁਣ ਸਰਵੇਖਣ ਆ ਨਹੀਂ ਰਹੇ ਕਿਉਂਕਿ ਚੱਲਦੀ ਚੋਣ ਜਦੋਂ ਵੋਟਿੰਗ ਸ਼ੁਰੂ ਹੋ ਜਾਏ ਫਿਰ ਸਰਵੇਖਣ ਰਿਪੋਰਟਾਂ ਸਰਵੇ ਕੋਈ ਆਉਂਦੇ ਨਹੀਂ ਹੁੰਦੇ। ਪਰ ਬਗੈਰ ਸਰਵੇ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹ ਦੱਸਦੀਆਂ ਕਿ ਉਸ ਮੁੰਡੇ ਦੀ ਅਗਵਾਈ 'ਚ ਮਹਾਗਠਜੋੜ ਜਿੱਤ ਰਿਹਾ। ਸਾਡੇ ਕੋਲ ਇੱਥੇ ਤਜਰਬਾ ਇਹ ਹੈ ਕਿ ਜਿਹੜਾ ਸੱਟਾ ਬਾਜ਼ਾਰ ਹੁੰਦਾ, ਜਿਹਨੂੰ ਤੁਸੀਂ ਬੈਟਿੰਗ ਕਹਿੰਦੇ ਆ, ਉਸ ਬੈਟਿੰਗ ਦੇ ਵਿੱਚ ਕਲੀਅਰ ਪਿਕਚਰ ਮਿਲ ਜਾਂਦੀ ਹੁੰਦੀ ਹੈ ਕਿ ਇਸ ਵਾਰੀ ਪਾਰਟੀ ਕਿਹੜੀ ਜਿੱਤਦੀ ਪਈ ਹੈ। ਪਰਸੋਂ ਜਿਹੜੀਆਂ ਬੈਟਿੰਗ ਦੀਆਂ ਰਿਪੋਰਟਸ ਆਈਆਂ, ਉਹਨਾਂ ਰਿਪੋਰਟਸ ਦੇ ਮੁਤਾਬਕ ਇੱਕ ਥਾਂ ਤੋਂ ਤਾਂ ਬਾਜ਼ਾਰ ਇਹ ਕਹਿੰਦਾ ਕਿ ਉਸ ਮੁੰਡੇ ਦੀ ਅਗਵਾਈ 'ਚ ਉਹਦੀ ਆਪਣੀ ਪਾਰਟੀ ਜਿਹੜੀ ਹੈ 115-16 ਸੀਟਾਂ ਲੈ ਜਾਏਗੀ, ਨਾਲ ਕਾਂਗਰਸ 30 ਸੀਟਾਂ ਲੈ ਜਾਏਗੀ ਤੇ ਸਰਕਾਰ ਉਹ ਆਰਾਮ ਨਾਲ ਬਣਾਉਣਗੇ। ਤੇ ਮੋਦੀ ਦੀ ਅਗਵਾਈ, ਨਿਤੀਸ਼ ਕੁਮਾਰ ਦੀ ਅਗਵਾਈ 'ਚ ਉਹਨਾਂ ਦਾ ਗੱਠਜੋੜ ਉਹ 90-95 ਦੇ ਨੇੜੇ ਰਹਿੰਦਾ ਜਾਪਦਾ। ਜਿਹੜਾ ਦੂਸਰਾ ਸਰਵੇ ਆਇਆ ਉਹਦਾ ਸੱਟਾ ਬਾਜ਼ਾਰ ਤੋਂ ਜਿਹੜੀ ਦੂਸਰੀ ਰਿਪੋਰਟ ਆਉਂਦੀ ਆ, ਉਹ ਕਹਿੰਦੀ ਆ ਕਿ ਉਹਦੀ ਆਪਣੀ ਇਕੱਲੇ ਦੀ ਪਾਰਟੀ 126, 27, 28 ਸੀਟਾਂ ਲਿਜਾ ਸਕਦੀ ਆ, 122 ਨਾਲ ਸਰਕਾਰ ਬਣਨੀ ਆ। ਉਹ ਕਹਿੰਦੇ ਜੀ ਉਹਦੇ ਇਕੱਲੇ ਦੇ ਆਪਣੇ ਸਿਰ ਹੀ ਉੱਥੇ ਬਹੁਤ ਸੰਮਤੀ ਆ ਜਾਣੀ ਆ ਕਿ ਉਹਦੀ ਸਰਕਾਰ ਬਣ ਸਕਦੀ ਹੈ। ਤੇ ਜਿਹੜੀਆਂ ਕਾਂਗਰਸ ਦੀਆਂ ਤੇ ਖੱਬੇ ਪੱਖੀ ਕਮਿਊਨਿਸਟਾਂ ਦੀਆਂ ਵੋਟਾਂ ਦੇ ਨਾਲ ਉਹ ਪਾ ਕੇ ਚੰਗੀ ਸੌਖੀ ਪੋਜੀਸ਼ਨ 'ਚ ਹੋਵੇਗਾ ਤੇ ਨਰਿੰਦਰ ਮੋਦੀ ਤੇ ਨਿਤੀਸ਼ ਕੁਮਾਰ ਦੀ ਧਿਰ ਜਿਹੜੀ ਆ ਵਾਹਵਾ ਥੱਲੇ ਜਾ ਸਕਦੀ ਆ। ਹੁਣ ਅਮਰ ਵਿੱਚ ਕੀ ਹੁੰਦਾ ਤੇ ਪਤਾ ਨਹੀਂ। 7 ਤਰੀਕ ਨੂੰ ਵੋਟਾਂ ਨੇ ਤੇ ਉਹਦੇ ਬਾਅਦ ਉਸੇ ਵੇਲੇ 2 ਦਿਨ ਬਾਅਦ ਰਿਜ਼ਲਟ ਆ ਜਾਣਾ। ਅਸੀਂ ਰਿਜ਼ਲਟ ਦੀ ਆਸ ਕਰੀਏ। ਜੋ ਕੁਝ ਰਿਪੋਰਟਾਂ ਹੁਣ ਤੱਕ ਦੀਆਂ ਉਹ ਲਗਭਗ ਇਹ ਦੱਸਦੀਆਂ ਕਿ ਉਸ ਮੁੰਡੇ ਦੀ ਅਗਵਾਈ 'ਚ ਜਿਹੜਾ ਮਹਾਗਠਜੋੜ ਆ ਕਾਫੀ ਅੱਗੇ ਜਾ ਰਿਹਾ। ਪਰ ਇਹ ਸਰਵੇ ਹਮੇਸ਼ਾ ਸੱਚੇ ਨਹੀਂ ਹੁੰਦੇ, ਅਖੀਰ ਤੇ ਜਾ ਕੇ ਕਿਸੇ ਨਾ ਕਿਸੇ ਪਾਸਿਓਂ ਕਈ ਵਾਰ ਬਦਲ ਵੀ ਜਾਂਦੇ ਹੁੰਦੇ ਜੀ। ਤੇ ਪੰਜ ਸਾਹਿਬ ਅੱਗੋਂ ਮੈਂ ਖਬਰਾਂ ਦੀ ਜੇਕਰ ਗੱਲ ਕਰਦੀ ਚੱਲਾਂ ਤੇ ਰਿਪਬਲਿਕ ਟੀਵੀ ਦੇ ਸੰਪਾਦਕ ਜਿਹੜੇ ਨੇ ਅਰਨਤ ਗੋਸਵਾਮੀ, ਉਹਨਾਂ ਦੀ ਕਹਿੰਦੇ ਨੇ ਕਿ ਗ੍ਰਿਫਤਾਰੀ ਹੋਈ ਹੈ। ਇਹ ਕੀ ਮਾਮਲਾ ਹੈ ਜੀ? ਦੇਖੋ, ਅਰਨਬ ਗੋਸਵਾਮੀ, ਮੈਂ ਉਸ ਬੰਦੇ ਨੂੰ ਕਦੇ ਬਹੁਤਾ ਜ਼ਿਆਦਾ ਪੱਤਰਕਾਰ ਦੇ ਤੌਰ ਤੇ ਐਪਰੀਸ਼ੀਏਟ ਨਹੀਂ ਕੀਤਾ। ਠੀਕ ਹੈ, ਅੰਗਰੇਜ਼ੀ ਪੜ੍ਹਿਆ, ਬੜੀ ਫਲੂਐਂਟਲੀ ਬੋਲਦਾ ਜੀ। ਉਹਦਾ ਪੱਤਰਕਾਰਾਂ ਦੇ ਵਿੱਚ ਵੀ ਹਰ ਇੱਕ ਨਾਲ ਆਡਾ ਲੱਗਾ ਰਹਿੰਦਾ। ਤੁਸੀਂ ਮੈਨੂੰ ਸਵਾਲ ਪੁੱਛਦੇ ਹੋ, ਮੈਂ ਉਹਦਾ ਜਵਾਬ 1 ਮਿੰਟ 'ਚ ਦਿਆਂ, ਮੈਂ ਜਵਾਬ 5 ਮਿੰਟਾਂ 'ਚ ਦਿਓ। ਤੁਸੀਂ ਮੇਰੀ ਗੱਲ ਤਾਂ ਸੁਣਦੇ ਹੋ। ਉਹਦਾ ਤਰੀਕਾ ਕੀ ਆ ਕਿ 5 ਬੰਦੇ ਬਿਠਾ ਦਿੰਦਾ। ਹਾਂ ਦੱਸੋ ਜੀ, ਤੁਹਾਡੇ ਤੋਂ ਮੈਂ ਫਲਾਣੀ ਗੱਲ ਪੁੱਛਦਾ। ਉਹ ਬੰਦਾ ਜੇ ਬੋਲਣ ਲੱਗਦਾ, ਇੱਕ ਲਫ਼ਜ਼ ਬੋਲਿਆ ਉਹਨੂੰ ਛੱਡ ਕੇ ਦੂਜੇ ਨੂੰ ਤੁਸੀਂ ਦੱਸੋ, ਉਹ ਜੇ ਬੋਲਣ ਲੱਗਦਾ ਉਹਦੇ ਵਿੱਚ ਛੱਡ ਕੇ ਛੱਡੋ ਜੀ, ਤੁਹਾਨੂੰ ਕੀ ਆਉਂਦਾ। ਤੀਜੇ ਨੂੰ ਉਹ ਹਰ ਇੱਕ ਦੀ ਕਰਦਾ ਬੇਇੱਜ਼ਤੀ। ਪਤਾ ਨਹੀਂ ਲੋਕੀ ਉਹਦੇ ਪ੍ਰੋਗਰਾਮ 'ਚ ਚਲੇ ਕਿੱਦਾਂ ਜਾਂਦੇ ਨੇ। ਸਾਰਿਆਂ ਦੀ ਸਿਰਫ ਬੇਇੱਜ਼ਤੀ ਕਰਦਾ, ਉਹਨਾਂ ਦੀ ਗੱਲ ਅੱਗੋਂ ਸੁਣਦਾ ਨਹੀਂ। ਅੱਛਾ, ਹੁਣ ਉਹਦੇ ਖਿਲਾਫ ਪਿਛਲੇ ਸਮੇਂ ਦੇ ਵਿੱਚ ਕੁਝ ਕੇਸ ਇਸ ਤਰ੍ਹਾਂ ਦੇ, ਇੱਕ ਦਾ ਕੇਸ ਬੰਬੇ 'ਚ ਬਣਿਆ ਸੀ ਕਿ ਉਹਨੇ ਇੱਕ ਖਾਸ ਭਾਈਚਾਰੇ ਨੂੰ ਹਿੱਟ ਕਰਨ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਸਨ ਜਿਨ੍ਹਾਂ 'ਚੋਂ ਭਾਈਚਾਰਾ ਸਮਝਿਆ ਸੀ ਕਿ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਉਹਦੇ ਵਿੱਚ ਉਹਦੀ ਗ੍ਰਿਫਤਾਰੀ ਨਹੀਂ ਹੋਈ।
ਉਹਦੇ ਵਾਸਤੇ ਤਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਚਲਾ ਗਿਆ ਸੀ। ਜੀ ਹੁਣ ਦੂਜਾ ਕੇਸ ਇਹ ਨਿਕਲ ਆਇਆ ਕਿ ਇੱਕ ਇੰਟੀਰੀਅਰ ਡੈਕੋਰੇਟਰ ਸੀਗਾ, ਉਹਦੇ ਕੋਲੋਂ ਕੰਮ ਕਰਾਇਆ ਤੇ ਫਿਰ ਉਹਦੇ ਪੈਸੇ ਮਾਰ ਲਏ। ਪੈਸੇ ਮਾਰਨ ਵਾਲੇ 3 ਜਣੇ ਸਨ, ਇੱਕ ਇਹ ਜਿਹੜਾ ਅਰਨਬ ਗੋਸਵਾਮੀ ਤੇ 2 ਜਣੇ ਹੋਰ। 85 ਲੱਖ ਰੁਪਇਆ ਦੇ ਇਕੱਲੇ ਵੱਲ ਨਿਕਲਦਾ ਸੀ। ਉਹ ਬੰਦਾ ਜਦੋਂ ਪੈਸਿਆਂ ਵਾਸਤੇ ਜਾਂਦਾ ਸੀ ਤੇ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਸੀ, ਉਹ ਫਿਰ ਖੁਦਕੁਸ਼ੀ ਕਰ ਗਿਆ। ਉਹਦੀ ਖੁਦਕੁਸ਼ੀ ਦੀ ਪੜਤਾਲ ਕੀਤੀ ਤੇ ਉਦੋਂ ਅਰਨਬ ਗੋਸਵਾਮੀ ਦਾ ਜ਼ੋਰ ਚੱਲਦਾ ਸੀ। ਪੁਲਿਸ ਨੇ ਰਿਪੋਰਟ ਦੇ ਦਿੱਤੀ ਕਿ ਸਬੂਤ ਕੋਈ ਨਹੀਂ ਮਿਲਦੇ। ਜਦੋਂ ਸਬੂਤ ਨਹੀਂ ਮਿਲਦੇ ਤੇ ਰਿਪੋਰਟ ਦਿੱਤੀ ਗਈ ਤੇ ਉਹਦੀ ਘਰਵਾਲੀ ਨੇ ਰਿਪੋਰਟ ਲੈਣ ਤੋਂ ਨਾ ਕਰਤੀ ਤੇ ਪੁਲਿਸ ਨੇ ਉਹ ਰਿਪੋਰਟ ਉਹਨੂੰ ਈਮੇਲ ਕਰਕੇ ਭੇਜਤੀ ਵੀ ਨਹੀਂ ਲੈਂਦੀ ਤੇ ਈਮੇਲ ਕਰ ਦਿਓ। ਉਹ ਈਮੇਲ ਪਹੁੰਚਣ ਤੋਂ ਬਾਅਦ ਉਹਦੀ ਘਰਵਾਲੀ ਵੀ ਖੁਦਕੁਸ਼ੀ ਕਰ ਗਈ ਕਿ ਸਾਡੇ ਨਾਲ ਇੰਨੀ ਬੇਇਨਸਾਫੀ ਹੋਈ, 85 ਲੱਖ ਰੁਪਇਆ ਸਾਡਾ ਮਾਰਿਆ ਗਿਆ, ਫਲਾਣੇ 2 ਬੰਦਿਆਂ ਹੋਰਨਾਂ ਨੇ ਮਾਰਿਆ, ਪਹਿਲਾਂ ਮੇਰਾ ਹਸਬੈਂਡ ਖੁਦਕੁਸ਼ੀ ਕਰ ਗਿਆ, ਹੁਣ ਮੈਂ ਵੀ ਖੁਦਕੁਸ਼ੀ ਕਰ ਰਹੀ, ਦੋਵੇਂ ਕਰ ਗਏ। ਉਹਨਾਂ ਦੋਵਾਂ ਦੀ ਖੁਦਕੁਸ਼ੀ ਤੋਂ ਬਾਅਦ ਇਹ ਸਥਿਤੀ ਇਸ ਤਰ੍ਹਾਂ ਦੀ ਬਣੀ ਕਿ ਉਹ ਕੇਸ ਉਹਨਾਂ ਦੀ ਬੇਟੀ ਨੇ ਚੁੱਕਿਆ ਕਿ ਮੇਰੇ ਮਾਂ-ਬਾਪ ਖੁਦਕੁਸ਼ੀ ਕਰ ਗਏ। ਦੋਵਾਂ ਦੇ ਮਾਮਲੇ 'ਚ ਪੁਲਿਸ ਨੇ ਠੀਕ ਤਰ੍ਹਾਂ ਇਨਸਾਫ ਨਹੀਂ ਕੀਤਾ। ਦੁਬਾਰਾ ਪੜਤਾਲ ਹੋਈ ਤੇ ਉਸ ਕੇਸ ਦੇ ਵਿੱਚ ਇਹਨੂੰ ਅਰਨਬ ਗੋਸਵਾਮੀ ਨੂੰ ਗ੍ਰਿਫਤਾਰ ਕੀਤਾ ਗਿਆ। ਕੱਲ ਜਦੋਂ ਗ੍ਰਿਫਤਾਰ ਕਰਨ ਵਾਸਤੇ ਇਹਨਾਂ ਦੇ ਘਰ ਗਈ ਪੁਲਿਸ ਤੇ ਇਹਨੇ ਆਪ ਪਿੱਛੇ ਹੋ ਗਿਆ ਤੇ ਘਰ ਦੀਆਂ ਔਰਤਾਂ ਨੂੰ ਅੱਗੇ ਲਾਤਾ। ਇਹਦੀ ਵਾਈਫ ਜਿਹੜੀ ਸੀ ਉਹ ਅੱਗੇ ਹੋਈ। ਪੁਲਿਸ ਵਾਲੇ ਕਹਿੰਦੇ ਹੁਣ ਸਾਨੂੰ ਕੀ ਪਤਾ ਉੱਥੇ ਕੀ ਹੋਇਆ ਕੀ ਨਹੀਂ। ਪੁਲਿਸ ਵਾਲੇ ਕਹਿੰਦੇ ਆ ਕਿ ਇਹਦੀ ਵਾਈਫ ਨੇ ਤੇ ਇਹਦੇ ਪੁੱਤਰ ਨੇ, ਜਿਹੜੀ ਮਹਿਲਾ ਪੁਲਿਸ ਹੈ ਲੇਡੀਜ਼ ਕਾਂਸਟੇਬਲ, ਉਹਨਾਂ ਦੇ ਨਾਲ ਵੀ ਹੱਥੋਂ-ਪਾਈ ਕੀਤੀ ਹੈ। ਇਸ ਕਰਕੇ ਇਹਦੀ ਵਾਈਫ ਤੇ ਇਹਦੇ ਬੇਟੇ ਦੇ ਉੱਤੇ ਵੀ ਕੇਸ ਦਰਜ ਕੀਤਾ ਗਿਆ, ਪਰ ਅਜੇ ਉਹਨਾਂ ਦੀ ਗ੍ਰਿਫਤਾਰੀ ਨਹੀਂ। ਗ੍ਰਿਫਤਾਰ ਇਹਨੂੰ ਇਕੱਲੇ ਨੂੰ ਕੀਤਾ ਗਿਆ। ਇਹਦੇ ਉੱਤੇ ਵੀ ਕੇਸ ਹੈ ਕਿ ਇਹ ਅੱਗੋਂ ਹੱਥੋਂ-ਪਾਈ ਇਹਨੇ ਕੀਤੀ ਹੈ ਤੇ ਹੱਥੋਂ-ਪਾਈ ਦੇ ਬਾਅਦ ਇਹਨੂੰ ਫੜ ਕੇ ਲਿਆਂਦਾ, ਜੱਜ ਦੇ ਪੇਸ਼ ਕੀਤਾ ਸੀ। ਜੱਜ ਨੇ ਰਾਤੀ ਜੇਲ੍ਹ ਭੇਜਤਾ। ਜਦੋਂ ਜੇਲ੍ਹ ਜਾਣ ਲੱਗਾ ਤੇ ਇਹਨੇ ਪੁਲਿਸ ਦੀ ਬੱਸ ਦੇ ਵਿੱਚੋਂ ਬਾਹਰ ਨੂੰ ਮੂੰਹ ਕੱਢ ਕੇ ਆਖਿਆ ਕਿ ਮੇਰੇ ਨਾਲ ਪੁਲਿਸ ਵਾਲੇ ਨੇ ਹੱਥੋਂ-ਪਾਈ ਕੀਤੀ ਹੈ, ਮੈਨੂੰ ਕੁੱਟਿਆ। ਤੇ ਪੁਲਿਸ ਵਾਲਿਆਂ ਨੇ ਵੀ ਉਸੇ ਵੇਲੇ ਬਿਆਨ ਜਾਰੀ ਕੀਤਾ ਜੀ ਆਹ ਕੁਛ ਹੋਇਆ ਤੇ ਜੋ ਕੁਛ ਹੋਇਆ ਸੀ ਉਹਦੇ ਬਾਰੇ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਜਾਂ ਫੁਟੇਜ ਹੈਗੀ ਆ। ਇਹ ਹੁਣ ਸਾਰਾ ਕੁਝ ਬਾਅਦ 'ਚ ਅਦਾਲਤ ਵਿੱਚ ਪੇਸ਼ ਹੋਏਗਾ। ਹਾਲ ਦੀ ਘੜੀ ਉਹਨਾਂ ਚਿਰ ਕੁਛ ਨਹੀਂ ਹੋ ਸਕਣਾ। ਉਹ ਕੇਸ ਉਹਦੇ ਵਾਲਾ ਇੱਕ ਉਹਦਾ ਲਮਕਵਾ ਕੇਸ ਹੈ ਜੀ। ਤੇ ਉਧਰ ਰਾਜਸਥਾਨ ਦੇ ਵਿੱਚ ਸਾਹਿਬ ਗੁੱਜਰ ਭਾਈਵਾਲਾ ਕਹਿੰਦੇ ਅੰਦੋਲਨ ਕਰ ਰਿਹਾ, ਇਹ ਕੀ ਕਾਰਨ ਹੈ ਤੇ ਇਸ ਦੇ ਬਾਬਤ ਵੀ ਜ਼ਰੂਰ ਰਿਪੋਰਟ ਦੇਣਾ ਜੀ। ਜਿਹੜੇ ਗੁੱਜਰ ਭਾਈਚਾਰੇ ਦੇ ਲੋਕ ਨੇ ਉਹਨਾਂ ਨੇ 10-12 ਸਾਲ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ। ਫਿਰ ਇੱਕ ਸਾਬਕਾ ਫੌਜੀ ਆਇਆ ਕਰਨਲ ਕਰੋੜੀ ਸਿੰਘ ਬੈਂਸਲਾ, ਉਹਨੇ ਆ ਕੇ ਉਹਨਾਂ ਨੂੰ ਲਾਮਬੰਦ ਕੀਤਾ ਕਿ ਸਾਨੂੰ ਗੁੱਜਰ ਕਹਿ ਕੇ ਤੇ ਨਾ ਅਸੀਂ ਅਪਰ ਕਾਸਟ ਵਿੱਚ ਆਉਣੇ ਨਾ ਅਸੀਂ ਲੋਅਰ ਤੇ ਅਸੀਂ ਅੱਧ ਵਿਚਾਲੇ ਦੇ ਹਾਂ ਤੇ ਸਾਨੂੰ ਅੱਧ ਵਿਚਾਲੇ ਦੀ ਰਿਜ਼ਰਵੇਸ਼ਨ ਦਿਓ ਜਿਹੜੀਆਂ ਅਦਰ ਬੈਕਵਰਡ ਕਲਾਸਿਸ ਹੁੰਦੀਆਂ। ਸ਼ਡਿਊਲਡ ਕਾਸਟ ਸਾਨੂੰ ਨਾ ਮੰਨੋ, ਸਾਨੂੰ ਤੁਸੀਂ ਅਪਰ ਕਾਸਟ ਵੀ ਨਾ ਮੰਨੋ, ਅਦਰ ਬੈਕਵਰਡ ਕਲਾਸਿਸ ਪਾ ਦਿਓ, ਸਾਨੂੰ ਰਿਜ਼ਰਵੇਸ਼ਨ ਤਾਂ ਮਿਲੇ ਜੀ। ਉਹ ਐਜੀਟੇਸ਼ਨ ਉਦੋਂ ਬਹੁਤ ਚੜੀ ਜੀ। ਜਦੋਂ ਇੰਨੀ ਐਜੀਟੇਸ਼ਨ ਚੜ ਗਈ ਕਿ ਰਾਜਸਥਾਨ ਤੋਂ ਵੱਧ ਕੇ ਤੇ ਉਹਦੇ ਤੋਂ ਬਾਅਦ ਫਿਰ ਦਿੱਲੀ ਤੱਕ ਵੀ ਆ ਗਏ। ਲੋਕਾਂ ਨੇ ਦਿੱਲੀ ਘੇਰ ਲਈ, ਹਰਿਆਣੇ ਵਿੱਚ ਵੀ ਫੈਲ ਗਏ, ਯੂਪੀ 'ਚ ਵੀ। ਔਰ ਉਹਨਾਂ ਦੀ ਵੇਖੋ ਵੇਖੀ ਜੰਮੂ ਕਸ਼ਮੀਰ ਦੇ ਜਿਹੜੇ ਗੁੱਜਰ ਸੀ ਉਹਨਾਂ ਨੇ ਵੀ ਐਜੀਟੇਸ਼ਨ ਸ਼ੁਰੂ ਕਰਤੀ। ਉਦੋਂ ਫਿਰ ਵਸੁੰਧਰਾ ਰਾਜੇ ਭਾਜਪਾ ਦੀ ਮੁੱਖ ਮੰਤਰੀ ਹੁੰਦੀ ਸੀ, ਇੱਕ ਸਮਝੌਤਾ ਇਹਨਾਂ ਦਾ ਹੋਇਆ ਸੀ ਜੀ। ਉਹ ਸਮਝੌਤੇ ਤੋਂ ਬਾਅਦ ਇਹ ਮੂਵਮੈਂਟ ਨਹੀਂ ਉੱਠੀ। ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕਾਫੀ ਮੰਗਾਂ ਰੱਖਦੇ ਰਹੇ ਤੇ ਐਜੀਟੇਸ਼ਨ ਕੋਈ ਨਹੀਂ ਕੀਤੀ। ਜਦੋਂ ਕਾਂਗਰਸ ਪਾਰਟੀ ਪਿਛਲੀ ਵਾਰ ਜਿੱਤੀ ਆ, ਉਹਦਾ ਪ੍ਰਧਾਨ ਹੁੰਦਾ ਸੀਗਾ ਉਸ ਰਾਜਸਥਾਨ ਸਟੇਟ ਦੇ ਵਿੱਚ ਸਚਿਨ ਪਾਇਲਟ। ਪਾਇਲਟ ਕੋਈ ਗੋਤ ਨਹੀਂ ਹੁੰਦੀ, ਕੋਈ ਸਰਨੇਮ ਨਹੀਂ ਹੁੰਦਾ, ਇਹ ਇੱਕ ਕਿਸਮ ਦਾ ਤਖੱਲਸ ਹੈ। ਉਹ ਇਸ ਕਰਕੇ ਕਿ ਜਿਹੜਾ ਸਚਿਨ ਪਾਇਲਟ ਹੈ ਇਹਦਾ ਬਾਪ ਸੀ ਰਜੇਸ਼ ਗੁੱਜਰ। ਇਹ ਗੁੱਜਰ ਕਮਿਊਨਿਟੀ ਵਿੱਚੋਂ ਆਉਂਦੇ ਨੇ। ਰਜੇਸ਼ ਗੁੱਜਰ ਜਦੋਂ 에ਅਰਫੋਰਸ ਵਿੱਚ ਗਿਆ, ਪਾਇਲਟ ਬਣਿਆ, ਉਹ ਜਹਾਜ਼ ਉਡਾਉਂਦਾ ਸੀ ਤੇ ਉਹ ਹਰ ਇੱਕ ਨੇ ਆਖਣਾ ਉਹ ਪਾਇਲਟ ਕਿੱਥੇ ਆ, ਰਜੇਸ਼ ਕਿੱਥੇ ਆ ਪਾਇਲਟ। ਇਹ ਤੋਂ ਚੱਲਦਿਆਂ ਉਹ ਸੰਜੇ ਗਾਂਧੀ ਤੇ ਰਾਜੀਵ ਗਾਂਧੀ ਦੇ ਨੇੜੇ ਚਲਾ ਗਿਆ। ਫਿਰ ਇਹਨਾਂ ਨੇ ਉਹਦੀ ਨੌਕਰੀ ਛਡਾਈ ਤੇ ਰਾਜਨੀਤੀ ਚ ਲੈ ਆਂਦਾ, ਚੋਣ ਲੜਾ ਕੇ ਐਮਪੀ ਬਣਾ ਕੇ ਉਹਨੂੰ ਕੇਂਦਰ ਦਾ ਮੰਤਰੀ ਬਣਾਤਾ। ਉਹਦੇ ਨਾਲ ਰਜੇਸ਼ ਗੁੱਜਰ ਦੇ ਬਜਾਏ ਰਜੇਸ਼ ਪਾਇਲਟ ਲੱਗ ਗਿਆ। ਬਾਅਦ ਚ ਉਹਦੀ ਰੋਡ ਐਕਸੀਡੈਂਟ ਚ ਡੈਥ ਹੋ ਗਈ। ਉਹਦੀ ਵਾਈਫ ਨੇ ਚੋਣ ਲੜੀ ਤੇ ਰਮਾ ਗੁੱਜਰ ਜਿਹੜੀ ਸੀ ਉਹ ਰਮਾ ਪਾਇਲਟ ਬਣ ਗਈ। ਅੱਗੋਂ ਮੁੰਡਾ ਆਇਆ ਸਚਿਨ ਤੇ ਉਹਨੇ ਸਚਿਨ ਗੁੱਜਰ ਦੇ ਬਜਾਏ ਸਚਿਨ ਪਾਇਲਟ ਲਿਖਣਾ ਸ਼ੁਰੂ ਕਰਤਾ। ਇਹ ਪਾਇਲਟ ਇੱਕ ਕਿਸਮ ਦਾ ਨਵਾਂ ਸਰਨੇਮ ਫਿਰ ਚੱਲ ਪਿਆ। ਉਦਾਂ ਇਹ ਗੁੱਜਰ ਜਾਤੀ ਵਿੱਚੋਂ ਨੇ। ਇਹਨੇ ਸਚਿਨ ਪਾਇਲਟ ਨੇ ਪਿਛਲੀ ਵਾਰੀ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਪਾਤਾ ਕਿ ਅਸੀਂ ਗੁੱਜਰ ਭਾਈਚਾਰੇ ਨੂੰ 5% ਰਿਜ਼ਰਵੇਸ਼ਨ ਦਿਆਂਗੇ। ਹੁਣ ਉਹ ਗੁੱਜਰ ਕਹਿੰਦੇ ਆ ਜੀ ਤੁਸੀਂ ਕਾਂਗਰਸ ਦੇ ਮੈਨੀਫੈਸਟੋ 'ਚ ਪਾਇਆ ਤੇ ਦਿਓ ਸਾਨੂੰ ਰਿਜ਼ਰਵੇਸ਼ਨ। ਇੱਧਰੋਂ ਰਿਜ਼ਰਵੇਸ਼ਨ ਅਜੇ ਤੱਕ ਮਿਲ ਨਹੀਂ ਸਕੀ। ਕਾਂਗਰਸ ਪਾਰਟੀ ਦੀ ਸਰਕਾਰ ਆ, ਸਚਿਨ ਪਾਇਲਟ ਨਾਰਾਜ਼ ਆ। ਪਹਿਲਾਂ ਨਾਰਾਜ਼ ਹੋ ਕੇ 23 MLA ਨਾਲ ਲੈ ਕੇ ਤੇ ਹਰਿਆਣੇ 'ਚ ਜਾ ਕੇ ਬਹਿ ਗਿਆ ਸੀ ਤੇ ਬੀਜੇਪੀ ਦੀ ਮਦਦ ਨਾਲ ਸਰਕਾਰ ਪਲਟਣੀ ਚਾਹੁੰਦਾ ਸੀ।
ਉਹ ਸਰਕਾਰ ਤਾਂ ਉਹਦੇ ਤੋਂ ਪਲਟੀ ਨਾ ਜਾ ਸਕੀ, ਵਾਪਸ ਆਇਆ ਤੇ ਇਹ ਡਿਪਟੀ ਮੁੱਖ ਮੰਤਰੀ ਹੁੰਦਾ ਸੀ। ਪਹਿਲਾਂ ਤੇ ਇਹਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ। ਦੂਜਾ, ਇਹ ਕਾਂਗਰਸ ਦਾ ਪ੍ਰਧਾਨ ਸੀਗਾ ਰਾਜਸਥਾਨ ਸਟੇਟ ਦਾ, ਇਹਦੇ ਕੋਲੋਂ ਪ੍ਰਧਾਨਗੀ ਖੋਹ ਲਈ ਗਈ। ਉਹ ਦੋਵੇਂ ਚੀਜ਼ਾਂ ਖੁੱਸਣ ਤੋਂ ਬਾਅਦ ਇਹਨੇ ਫਿਰ ਇੱਕ ਚਿੱਠੀ ਲਿਖ ਦਿੱਤੀ ਕਿ ਗੁੱਜਰ ਭਾਈਚਾਰੇ ਨੂੰ ਰਿਜ਼ਰਵੇਸ਼ਨ ਦਿਓ। ਉਹ ਚਿੱਠੀ ਦਾ ਜਵਾਬ ਤਾਂ ਮੁੱਖ ਮੰਤਰੀ ਨੇ ਨਾ ਇਹਨੂੰ ਦੇਣਾ ਸੀ, ਨਾ ਉਹਨੇ ਦਿੱਤਾ। ਉਹਦੀਆਂ ਚਿੱਠੀਆਂ ਦਾ ਹਾਲ ਉਦਾਂ ਹੀ ਹੈ ਜੋ ਇੱਥੇ ਪ੍ਰਤਾਪ ਸਿੰਘ ਬਾਜਵਾ ਲਿਖੇ ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਮੈਂ ਤੇ ਉਹਦੀਆਂ ਚਿੱਠੀਆਂ ਪੜ੍ਹਦਾ ਹੀ ਨਹੀਂ। ਉੱਥੇ ਵੀ ਅਸ਼ੋਕ ਗਹਿਲੋਤ ਜਗ੍ਹਾ ਮੁੱਖ ਮੰਤਰੀ ਹੈ, ਉਹਦੇ ਨਾਲ ਬਣਦੀ ਨਹੀਂ, ਉਹਨੇ ਚਿੱਠੀ ਪੜ੍ਹੀ ਨਹੀਂ ਹੋਣੀ। ਹੁਣ ਗੁੱਜਰ ਜਿਹੜੇ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕਰ ਦਿੱਤੀ ਹੈ, ਰੇਲਵੇ ਲਾਈਨਾਂ ਤੇ ਜਾ ਬੈਠੇ ਨੇ। ਲੀਡਰ ਉਹਨਾਂ ਦਾ ਕਰਨਲ ਕਰੋੜੀ ਸਿੰਘ ਬੈਂਸਲਾ ਕਹਿੰਦਾ ਤੇ ਹੈ ਕਿ ਮੈਂ ਨਾਨ ਪੋਲੀਟੀਕਲ ਹੈ ਤੇ ਮੈਂ ਸਿਰਫ ਗੁੱਜਰਾਂ ਦਾ ਲੀਡਰ ਹਾਂ। ਪਰ ਇਹ ਸੱਚਾਈ ਹੈ ਕਿ ਪਿਛਲੇ ਸਾਲ ਉਹਨੇ ਤੇ ਉਹਦੇ ਪੁੱਤਰ ਦੋਵਾਂ ਨੇ ਬਕਾਇਦਾ ਜਲਸਾ ਕਰਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਇਹਦਾ ਮਤਲਬ ਹੁਣ ਉਹ ਭਾਜਪਾ ਦੇ ਲੀਡਰ ਵੀ ਨੇ ਤੇ ਗੁੱਜਰਾਂ ਦੇ ਲੀਡਰ ਵੀ ਨੇ। ਤੇ ਇਹਦੇ ਤੋਂ ਲੋਕਾਂ ਵਿੱਚ ਇਹ ਗੱਲ ਚੱਲਦੀ ਹੈ ਕਿ ਕਾਂਗਰਸ ਦੀ ਸਰਕਾਰ ਨੂੰ ਤੰਗ ਕਰਨ ਵਾਸਤੇ ਜਾਂ ਡੇਗਣ ਵਾਸਤੇ ਉਹ ਬੀਜੇਪੀ ਦੇ ਲੀਡਰ ਉੱਤੇ ਐਜੀਟੇਸ਼ਨ ਕਰਦੇ ਪਿਆ। ਜੋ ਮਰਜ਼ੀ ਕਹਿ ਲਓ, ਐਜੀਟੇਸ਼ਨ ਤਾਂ ਐਜੀਟੇਸ਼ਨ ਹੈ। ਜਿਹੜੀ ਸਰਕਾਰ ਉੱਤੇ ਹੈ ਉਹ ਕਿਉਂਕਿ ਇਸ ਵੇਲੇ ਕਾਂਗਰਸ ਪਾਰਟੀ ਦੀ ਹੈ, ਜਿਹਦੀ ਸਰਕਾਰ ਹੋਵੇ ਉਹਦੇ ਸਿਰੇ ਬੋਝ ਪੈਂਦਾ ਹੁੰਦਾ ਕਿ ਇਸ ਮਸਲੇ ਨਾਲ ਨਜਿੱਠੇ, ਇਹਨੂੰ ਨਿਬੇੜੇ, ਜਿਸ ਤਰ੍ਹਾਂ ਵੀ ਨਿਬੜਨ ਦਾ ਯਤਨ ਕਰੇ। ਕਾਂਗਰਸ ਦੀ ਸਰਕਾਰ ਇਸ ਵੇਲੇ ਇਸ ਐਜੀਟੇਸ਼ਨ ਦੇ ਕਾਰਨ ਥੋੜੀ ਜਿਹੀ ਕਸੂਤੀ ਫਸੀ ਜਾਪਦੀ ਹੈ ਜੀ। ਤੇ ਪੰਜ ਸਾਹਿਬ, ਭਾਰਤ ਤੋਂ ਬਾਹਰ ਦੀ ਜੇਕਰ ਮੈਂ ਗੱਲ ਕਰਾਂ, ਅਸੀਂ ਨਾਲ ਦੇ ਮੁਲਕ ਪਾਕਿਸਤਾਨ ਦੀ ਗੱਲ ਕਰ ਲੈਂਦੇ ਹਾਂ ਕਿ ਲਾਹੌਰ ਦੇ ਵਿੱਚ ਸੜਕਾਂ ਤੇ ਪਿਛਲੇ ਸ਼ਨੀਵਾਰ ਕਹਿੰਦੇ ਨੇ ਨਰਿੰਦਰ ਮੋਦੀ ਹੋਰਾਂ ਦੇ ਪੋਸਟਰ ਲੱਗੇ ਸਨ ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਕੀ ਕਾਰਨ ਸੀ? ਗੱਲ ਇਹ ਹੈ ਕਿ ਉੱਥੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਮੋਰਚਾ ਬਣਾਇਆ ਜੀ। ਸਰਕਾਰ ਨੇ ਕਹਿਤਾ ਕਿ ਅਸੀਂ ਤਾਂ ਜੰਮੂ ਕਸ਼ਮੀਰ ਦੇ ਜਹਾਦ ਦੀ ਮਦਦ ਕਰਦੇ ਪਏ ਹਾਂ, ਅਸੀਂ ਉੱਧਰ ਰੁੱਝੇ ਹਾਂ, ਤੇ ਵਿਰੋਧੀ ਧਿਰ ਨੇ ਸਾਡੇ ਖਿਲਾਫ ਮੋਰਚਾ ਖੋਲਤਾ। ਉਹ ਜਿਹੜੇ ਵਿਰੋਧੀ ਧਿਰ ਵਾਲੇ ਸੀ ਉਹਨਾਂ ਚੋਂ ਇੱਕ MP ਅਯਾਜ਼ ਸਾਦਿਕ ਨੇ ਪਾਰਲੀਮੈਂਟ ਦੇ ਵਿੱਚ, ਉਹ ਸਾਬਕਾ ਸਪੀਕਰ, 2 ਵਾਰੀ ਸਪੀਕਰ ਰਹਿ ਚੁੱਕਾ, ਉਹਨੇ ਪਾਰਲੀਮੈਂਟ 'ਚ ਕਹਿਤਾ ਕਿ ਤੁਸੀਂ ਲੜਨ ਜੋਗੇ ਕਿੱਥੋਂ? ਜਦੋਂ ਭਾਰਤ ਦਾ ਪਾਇਲਟ ਤੁਹਾਡੇ ਕੋਲ ਸੀਗਾ ਅਭਿਨੰਦਨ ਵਰਧਮਾਨ, ਉਹਨੂੰ ਛੱਡਣ ਵੇਲੇ ਮੀਟਿੰਗ ਜਿਹੜੀ ਕੀਤੀ ਮੈਂ ਉੱਥੇ ਸਾਂ ਤੇ ਉੱਥੇ ਤੇ ਤੁਹਾਡੇ ਵਿਦੇਸ਼ ਮੰਤਰੀ ਦੇ ਮੂੰਹ ਤੇ ਮੁੜਕਾ ਆਉਂਦਾ ਸੀ ਤੇ ਜਿਹੜਾ ਜਨਰਲ ਕਮਰ ਜਾਵੇਦ ਬਾਜਵਾ ਦੀਆਂ ਲੱਤਾਂ ਕੰਬਦੀਆਂ ਸਨ। ਉਹਦੇ ਇਹ ਗੱਲ ਆਖਣ ਤੋਂ ਬਾਅਦ ਕਾਫੀ ਰਾਜਨੀਤੀ ਭੜਕ ਪਈ। ਇੱਕ ਉਹਨਾਂ ਦਾ ਮੰਤਰੀ ਫਵਾਦ ਚੌਧਰੀ ਆ, ਉਹਨੇ ਕਹਿਤਾ ਕਿ ਅਸੀਂ ਤਾਂ ਸਾਡੀ ਕਾਮਯਾਬੀ ਵੇਖੋ ਕਿ ਭਾਰਤ ਵਿੱਚ ਪੁਲਵਾਮਾ 'ਚ CRP ਕਾਫਲੇ ਤੇ ਹਮਲਾ ਅਸੀਂ ਕਰਾਇਆ ਸੀ। ਹੁਣ ਅੱਜ ਤੱਕ ਪਾਕਿਸਤਾਨ ਸਰਕਾਰ ਕਹਿੰਦੀ ਨਹੀਂ ਸੀ ਅਸੀਂ ਹਮਲਾ ਕਰਾਇਆ। ਉਹ ਥੋੜਾ ਜਿਹਾ ਮੂੰਹ ਖੋਲ ਕੇ ਬੋਲਣ ਵਾਲਾ ਬੰਦਾ, ਇਸ ਕਰਕੇ ਉਹਦੀ ਨੁਕਤਾਚੀਨੀ ਵੀ ਕਈ ਵਾਰ ਹੋਈ ਆ। ਉਹ ਜਿਹੜਾ ਬੰਦਾ ਸੀ ਉਹਨੇ ਗੱਲ ਕਹਿਤੀ, ਉਹਦੇ ਨਾਲ ਰੌਲਾ ਭਾਰਤ ਵਿੱਚ ਵੀ ਪਿਆ, ਪਾਕਿਸਤਾਨ 'ਚ ਵੀ ਪਿਆ। ਅਗਲੇ ਦਿਨ ਤੋਂ ਫਿਰ ਉੱਥੇ ਸੜਕਾਂ ਦੇ ਉੱਤੇ ਪੋਸਟਰ ਲੱਗ ਗਏ ਉਸ ਪਾਇਲਟ ਅਭਿਨੰਦਨ ਵਰਧਮਾਨ ਦੇ ਵੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ, ਤੇ ਨਾਲ ਉਹ ਜਿਹੜਾ ਆਪੋਜੀਸ਼ਨ ਦਾ ਪਾਰਲੀਮੈਂਟ ਮੈਂਬਰ ਅਯਾਜ਼ ਸਾਦਿਕ, ਉਹਦੇ ਲਾ ਕੇ ਆਖਿਆ ਕਿ ਇਹ ਭਾਰਤ ਦਾ ਏਜੰਟ, ਨੂੰ ਭਾਰਤ ਲੈ ਜਾਓ। ਉਹ ਉਹਨਾਂ ਦੀ ਰਾਜਨੀਤੀ 'ਚ ਉਸ ਤਰ੍ਹਾਂ ਦੇ ਐਵੇਂ ਜਿਹੜਾ ਰਾਜਨੀਤਿਕ ਪੱਖ ਤੋਂ ਆ, ਪਰ ਲੋਕਾਂ ਨੂੰ ਹੈਰਾਨੀ ਹੋਈ ਕਿ ਪਾਕਿਸਤਾਨ ਲਾਹੌਰ ਦੀਆਂ ਸੜਕਾਂ ਦੇ ਉੱਤੇ ਮੋਦੀ ਦੇ ਪੋਸਟਰ ਆ। ਪੋਸਟਰ ਇਸ ਕਰਕੇ ਲਾਏ ਗਏ ਕਿਉਂਕਿ ਉਹਨਾਂ ਨੇ ਆਪਣੀ ਆਪੋਜੀਸ਼ਨ ਨਵਾਜ਼ ਸ਼ਰੀਫ ਦੀ ਪਾਰਟੀ ਦੇ ਅਯਾਜ਼ ਸਾਦਿਕ ਨੂੰ ਭੰਡਣਾ ਸੀ, ਉਹਦੇ ਵਾਸਤੇ ਲਾਏ ਸਨ। ਠੀਕ। ਤੇ ਇਸ ਦੇ ਨਾਲ ਹੀ ਪਨੂ ਸਾਹਿਬ, ਮੈਂ ਇੱਕ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੱਲੋਂ ਗਿਲਗਿਤ ਬਲਤਿਸਤਾਨ ਨੂੰ ਸੂਬੇ ਦਾ ਸਥਾਈ ਦਰਜਾ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ, ਇਸ ਦੇ ਬਾਬਤ ਜ਼ਰੂਰ ਰਿਪੋਰਟ ਦੇਣਾ ਜੀ। ਦੇਖੋ, ਗਿਲਗਿਤ ਬਾਲਟਿਸਤਾਨ ਇਲਾਕਾ ਜਿਹੜਾ 800-900 ਸਾਲ ਤੱਕ ਲਗਾਤਾਰ ਆਜ਼ਾਦ ਰਿਹਾ ਸੀ ਜੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਬੁੱਢਾ ਹੋਇਆ ਪਿਆ ਸੀ ਜੀ, ਉਹਨਾਂ ਦਿਨਾਂ 'ਚ ਇੱਕ ਸਿੱਖ ਜਰਨੈਲ ਹੁੰਦਾ ਸੀ ਜ਼ੋਰਾਵਰ ਸਿੰਘ, ਉਹਨੇ ਜਾ ਕੇ ਮੁਹਿੰਮ ਚਲਾਈ, ਉਹ ਹਮਲਾ ਕੀਤਾ ਤੇ ਅਟੈਕ ਕਰਕੇ ਗਿਲਗਿਤ ਬਾਲਟਿਸਤਾਨ ਨੂੰ ਲਾਹੌਰ ਦਰਬਾਰ 'ਚ ਰਲਾ ਲਿਆ। ਬਾਅਦ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ, ਫਿਰ ਮਹਾਰਾਜਾ ਦਲੀਪ ਸਿੰਘ ਨੂੰ ਵੀ ਇੰਗਲੈਂਡ ਲੈ ਗਏ ਜੀ। ਉਹ ਸਾਰਾ ਲਾਹੌਰ ਦਰਬਾਰ ਵੀ, ਸਾਰਾ ਪੰਜਾਬ ਅੰਗਰੇਜ਼ਾਂ ਕੋਲ ਚਲਾ ਗਿਆ। ਉਦੋਂ ਗਿਲਗਿਤ ਬਾਲਟਿਸਤਾਨ ਤੇ ਕਸ਼ਮੀਰ ਇਲਾਕਾ ਵੀ ਅੰਗਰੇਜ਼ਾਂ ਕੋਲ ਚਲਾ ਗਿਆ। ਅੰਗਰੇਜ਼ਾਂ ਨਾਲ ਉਦੋਂ ਫਿਰ ਸੌਦਾ ਮਾਰਿਆ ਧਿਆਨ ਸਿੰਘ ਡੋਗਰੇ ਦੇ ਪਰਿਵਾਰ ਨੇ ਕਿ ਬਾਕੀ ਜੋ ਕੁਝ ਹੋ ਗਿਆ ਸੋ ਹੋ ਗਿਆ, ਤੇ ਅਸੀਂ ਇੰਨਾ ਪੈਸਾ ਦੇ ਦਿੰਨੇ ਆ ਤੇ ਜੰਮੂ ਕਸ਼ਮੀਰ ਦਾ ਇਲਾਕਾ ਤੇ ਗਿਲਗਿਤ ਬਾਲਟਿਸਤਾਨ ਸਾਨੂੰ ਦੇ ਦਿਓ। ਉਹਨਾਂ ਨੇ ਇਹਨੂੰ ਦੇ ਦਿੱਤਾ ਸੀ। 1947 ਚ ਭਾਰਤ ਆਜ਼ਾਦ ਹੋਇਆ ਤੇ ਕਸ਼ਮੀਰ ਦੇ ਰਾਜੇ ਨੇ ਆਪਣੀ ਵੱਖਰੀ ਆਜ਼ਾਦੀ ਦਾ ਐਲਾਨ ਕਰਤਾ, ਨਾ ਪਾਕਿਸਤਾਨ ਨਾ ਭਾਰਤ, ਮੈਂ ਕਿਸੇ ਪਾਸੇ ਜਾਣਾ ਨਹੀਂ, ਮੈਂ ਆਜ਼ਾਦ ਹਾਂ। ਪਾਕਿਸਤਾਨ ਦੀ ਫੌਜ ਨੇ ਉਸ ਵਕਤ ਹਮਲਾ ਕਰਕੇ ਪਰਲੇ ਪਾਸੇ ਕੁਝ ਇਲਾਕਾ ਦੱਬ ਲਿਆ, ਜਿਹੜਾ ਉਹ ਕਹਿੰਦੇ ਸੀ ਕਿ ਫੌਜ ਨਹੀਂ ਕਿ ਜਹਾਦੀਆਂ ਨੇ ਦੱਬਿਆ।
ਉਹ ਉਦੋਂ ਦਾ ਪਾਕਿਸਤਾਨ ਦੇ ਕਬਜ਼ੇ ਵਿੱਚ ਆ, ਉਹ ਉਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ। ਸਾਡੇ ਵਾਲੇ ਉਹਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਆ। ਇਹ ਗਿਲਗਿਟ ਬਾਲਟਿਸਤਾਨ ਉਹਦੇ ਵਿੱਚ ਸੀ, ਪਰ 1970 ਚ ਇਹਨੂੰ ਵੱਖਰਾ ਇਲਾਕਾ ਡਿਕਲੇਅਰ ਕਰ ਦਿੱਤਾ ਗਿਆ ਸੀ। ਫਿਰ ਸ਼ਾਇਦ 2009 ਚ ਇਹਨੂੰ ਕੋਈ ਥੋੜੀ ਬਹੁਤ ਖੁਦਮੁਖਤਾਰੀ ਵੀ ਦਿੱਤੀ। ਹੁਣ ਉਹ ਕਹਿੰਦੇ ਪਏ ਆ ਕਿ ਅਸੀਂ ਇਹਨੂੰ ਆਪਣਾ ਇੱਕ ਅਸਥਾਈ ਸੂਬਾ ਬਣਾਉਣਾ, ਆਰਜੀ ਸੂਬਾ ਬਣਾਉਣਾ। ਇਹਦੇ ਤੇ ਉੱਥੋਂ ਦੇ ਲੋਕਾਂ ਵਿੱਚ ਵੀ ਵਿਰੋਧ ਆ, ਭਾਰਤ ਸਰਕਾਰ ਵੀ ਵਿਰੋਧ ਕਰਦੀ ਆ। ਉਹ ਗਿਲਗਿਟ ਬਾਲਟਿਸਤਾਨ ਦਾ ਇਲਾਕਾ ਥੋੜਾ ਜਿਹਾ ਨਹੀਂ, ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ, ਜੇ ਉਹਨੂੰ ਸਾਰੇ ਨੂੰ ਗਿਣਿਆ ਜਾਵੇ ਤੇ ਉਹਦੇ ਵਿੱਚੋਂ ਘੱਟੋ ਘੱਟ 80% ਇਲਾਕਾ ਤਾਂ ਗਿਲਗਿਟ ਬਾਲਟਿਸਤਾਨ ਹੀ ਆ। ਬਾਕੀ ਦਾ ਕਸ਼ਮੀਰ ਤਾਂ ਇਹਨਾਂ ਦੇ ਕੋਲ ਸਿਰਫ 20% ਹੀ ਰਹਿੰਦਾ। ਪਰ ਗਿਲਗਿਟ ਬਾਲਟਿਸਤਾਨ ਏਡਾ ਵੱਡਾ ਕਿ ਜਿਹਦਾ ਇੱਕ ਸਿਰਾ ਤਾਂ ਪਾਕਿਸਤਾਨ ਦੇ ਉੱਤਰ ਪੱਛਮ ਜਿਹੜਾ ਹੈਗਾ ਉੱਤਰ ਪੱਛਮੀ ਸਰਹੱਦੀ ਸੂਬੇ ਜਿਹੜਾ ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸ ਦੇ ਨਾਲ ਲੱਗਦਾ, ਦੂਸਰਾ ਪਾਸਾ ਉਹਦਾ ਅਫਗਾਨਿਸਤਾਨ ਨਾਲ ਲੱਗਦਾ, ਤੀਸਰਾ ਪਾਸਾ ਉਹਦਾ ਚੀਨ ਨਾਲ ਲੱਗਦਾ, ਚੌਥਾ ਸਾਡੀ ਨਵੀਂ ਬਣੀ ਜਿਹੜੀ ਲਦਾਖ ਯੂਨੀਅਨ ਟੈਰੀਟਰੀ ਉਹਦੇ ਨਾਲ ਲੱਗਦਾ, ਪੰਜਵਾਂ ਜਿਹੜਾ ਕਾਰਗਿਲ ਤੋਂ ਉਰੇ ਆ ਕੇ ਸਕਾਰਡੂ ਕੋਲੋਂ ਸਾਡੇ ਜੰਮੂ ਕਸ਼ਮੀਰ ਸਟੇਟ ਨਾਲ ਲੱਗਦਾ। ਉਹ ਬਹੁਤ ਵੱਡਾ ਇਲਾਕਾ। ਬਾਕੀ ਦਾ ਕਸ਼ਮੀਰ ਜਿਹੜਾ ਪਾਕਿਸਤਾਨ ਕੋਲੇ ਤੋਂ ਥੋੜਾ ਜਿਹਾ ਰਹਿ ਜਾਂਦਾ। ਉਹਦੇ ਵਿੱਚ ਪਹਾੜੀਆਂ ਬੜੀਆਂ ਖੂਬਸੂਰਤ ਨੇ, ਜਿਹੜੀਆਂ ਦੁਨੀਆ ਦੀਆਂ ਸਭ ਤੋਂ ਉੱਚੀਆਂ 14 ਪਹਾੜੀਆਂ, ਉਹਨਾਂ 14 ਦੇ ਵਿੱਚੋਂ 5 ਤਾਂ ਉਸ ਇਲਾਕੇ ਦੇ ਵਿੱਚ ਹੀ ਨੇ। ਤੇ ਉਸ ਇਲਾਕੇ 'ਚ ਜਿਹੜੇ ਹੁਣ ਇਹ ਆਰਜੀ ਸੂਬਾ ਬਣਾ ਕੇ ਪਾਕਿਸਤਾਨ ਸਰਕਾਰ ਜੋ ਕੋਈ ਕਰਨ ਲੱਗੀ ਹੈ, ਉੱਥੋਂ ਦੇ ਲੋਕਾਂ 'ਚ ਵੀ ਵਿਰੋਧ ਆ, ਭਾਰਤ ਸਰਕਾਰ ਵੀ ਵਿਰੋਧ ਕਰਦੀ ਹੈ। ਪਰ ਇਹ ਸਾਰਾ ਵਿਰੋਧ ਬਾਹਰੋਂ ਆ, ਕਿਸੇ ਕਿਸਮ ਦੀ ਉੱਥੇ ਇਹ ਨਹੀਂ ਕਿ ਕੋਈ ਬਾਹਰੋਂ ਜਾ ਕੇ ਹਮਲਾ ਕਰ ਦੇਗਾ। ਉਹਦੇ ਸਵਾਲ ਦੇ ਉੱਤੇ ਜਿਹੜਾ ਵਿਰੋਧ ਹੈ ਉਹ ਹੋਵੇਗਾ ਤੇ ਯੂਐਨਓ ਜਾ ਕੇ ਹੋਵੇਗਾ। ਠੀਕ। ਤੇ ਮੇਰਾ ਬਿਲਕੁਲ ਆਖਰੀ ਸਵਾਲ ਰਹੇਗਾ, ਇਸ ਤੋਂ ਬਾਅਦ ਅਸੀਂ ਥੋੜੀ ਜਿਹੀ ਅਪਡੇਟ ਕਰੋਨਾ ਦੀ ਵੀ ਲਵਾਂਗੇ। ਪੰਨ ਸਾਹਿਬ, ਇਸ ਵੇਲੇ ਜੇਕਰ ਦੇਖਿਆ ਜਾਵੇ ਤੇ ਫਰਾਂਸ ਦੇ ਵਿੱਚ ਟੈਰਰਿਸਟ ਐਕਟੀਵਿਟੀਜ਼ ਕਾਫੀ ਵਧੀਆਂ ਹੋਈਆਂ ਨੇ। ਅੱਗੜ ਪਿਛੜ ਕਾਫੀ ਵਾਰਦਾਤਾਂ ਜਿਹੜੀਆਂ ਹੋ ਗਈਆਂ ਨੇ, 3 ਵਾਰਦਾਤਾਂ ਖਾਸ ਕਰਕੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਹਾਈਲਾਈਟ ਹੋਈਆਂ ਨੇ। ਤੁਸੀਂ ਇਸ ਬਾਬਤ ਕੀ ਕਹਿਣਾ ਚਾਹੋਗੇ, ਕੀ ਕਾਰਨ ਨੇ ਤੇ ਇਹ ਕਿੱਧਰ ਨੂੰ ਜਾ ਰਿਹਾ ਮਾਹੌਲ? ਦੇਖੋ, ਅਸੀਂ ਕਈ ਵਾਰੀ ਗੱਲ ਕੀਤੀ ਹੈ ਕਿ ਡੈਨਮਾਰਕ ਦੀ ਇੱਕ ਅਖਬਾਰ ਨੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਕੈਰੀਕੇਚਰ ਛਾਪਿਆ ਸੀ। ਉਹਦੇ ਤੋਂ ਬਾਅਦ ਉੱਥੇ ਤੇ ਉਹਨਾਂ ਨੂੰ ਸਿਕਿਉਰਿਟੀ ਉਹਨਾਂ ਵਧਾਤੀ। ਉਹ ਕੈਰੀਕੇਚਰ ਫਰਾਂਸ ਦੇ ਰਾਜਧਾਨੀ ਪੈਰਿਸ ਦੇ ਸ਼ਾਰਲੀ ਹੈਬਦੋ ਅਖਬਾਰ ਨੇ ਛਾਪਿਆ। 2016 ਚ ਹਮਲਾ ਕਰਕੇ ਉਹਨਾਂ ਦੇ 2015 ਚ 12 ਬੰਦੇ ਉਹਨਾਂ ਦੇ ਮਾਰ ਦਿੱਤੇ ਗਏ ਸਨ। ਉਦੋਂ ਬਾਅਦ ਉਹ ਗੱਲ ਠੱਪ ਸੀਗੀ। ਇਹਦੇ ਦੌਰਾਨ 2-3 ਵਾਰੀ ਅੱਤਵਾਦੀ ਹਮਲੇ ਉੱਥੇ ਹੋਏ ਸਨ। ਛੋਟਾ ਜਿਹਾ ਸ਼ਹਿਰ ਹੈ ਨੀਸ, ਉਹਨੂੰ ਲਿਖਦੇ ਨਾਈਸ ਹੈ, NIC, ਪਰ ਬੋਲਦੇ ਨੀਸ ਹੈ। ਉੱਥੇ ਬੜਾ ਵੱਡਾ ਹਮਲਾ ਹੋਇਆ ਸੀ। ਕ੍ਰਿਸਚੀਅਨ ਮੇਲਾ ਇੱਕ ਚੱਲਦਾ ਸੀ, ਜਿੱਥੇ ਲਿਆ ਕੇ ਇੱਕ ਟਰੱਕ ਚੜ੍ਹ ਕੇ 60-70 ਬੰਦੇ ਮਾਰ ਦਿੱਤੇ ਗਏ ਸਨ। ਹੁਣ ਆ ਪਿਛਲੇ ਹਫ਼ਤੇ ਉੱਥੇ ਇੱਕ ਟੀਚਰ ਨੇ ਬੱਚਿਆਂ ਨੂੰ ਕਲਾਸ 'ਚ ਸਮਝਾਉਂਦਿਆਂ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕੀ ਹੁੰਦੀ ਆ, ਸ਼ਾਰਲੀ ਹੈਬਦੋ ਅਖਬਾਰ ਦਾ ਉਹ ਕਾਰਟੂਨ ਵਿਖਾਤਾ। ਉਹ ਕਾਰਟੂਨ ਵੇਖ ਕੇ ਇੱਕ ਬੱਚੇ ਨੇ ਘਰ ਜਾ ਕੇ ਗੱਲ ਕੀਤੀ। ਘਰ 'ਚੋਂ ਇੱਕ ਜਣਾ ਆਇਆ ਤੇ ਉਹਨਾਂ ਨੇ ਆ ਕੇ ਉਹ ਟੀਚਰ ਤੁਰੀ ਜਾਂਦੀ ਸੀ, ਚਾਕੂ ਨਾਲ ਉਹਦੀ ਧੌਣ ਵੱਢ ਦਿੱਤੀ। ਇਹਦੇ ਤੋਂ ਬਹੁਤ ਰੌਲਾ ਪਿਆ। ਫਿਰ ਉਹਦਾ ਨੀਸ ਸ਼ਹਿਰ ਜਿਹਦੇ ਵਿੱਚ 2016 ਦੇ ਵਿੱਚ ਹਮਲਾ ਹੋਇਆ ਸੀ, 60-70 ਬੰਦੇ ਮਾਰ ਦਿੱਤੇ ਸਨ, ਉਸੇ ਨੀਸ ਦੇ ਵਿੱਚ ਦੁਬਾਰਾ ਹਮਲਾ ਕੀਤਾ ਗਿਆ ਤੇ ਉਸ ਹਮਲੇ 'ਚ 3 ਜਣੇ ਮਾਰ ਦਿੱਤੇ ਗਏ, ਜਿਨ੍ਹਾਂ 'ਚੋਂ ਇੱਕ ਬਜ਼ੁਰਗ ਲੇਡੀ ਸੀ, ਉਹਦੀ ਗਰਦਨ ਹੀ ਕੱਟ ਦਿੱਤੀ ਗਈ। ਇਹਦੇ ਨਾਲ ਉੱਥੋਂ ਦੀਆਂ ਜਿਹੜੀਆਂ ਹੈਗੀਆਂ ਸੀ, ਉੱਥੋਂ ਦੀ ਸਰਕਾਰ ਦੇ ਵਿੱਚ ਵੀ ਰੌਲਾ ਪਿਆ ਤੇ ਜਿਹੜੇ ਬਾਹਰ ਆਪੋਜੀਸ਼ਨ ਸੀ ਉਹਨਾਂ ਨੇ ਵੀ ਪਾਇਆ ਕਿ ਸਖਤੀ ਕਰੋ। ਉਹ ਸਖਤੀ ਵਿੱਚ ਅਜੇ ਸਰਕਾਰ ਕੁਝ ਕਰਦੀ ਪਈ ਸੀ। ਇਹਦੇ ਦੌਰਾਨ ਉਹਨਾਂ ਦੇ ਲਿਓਨ ਸ਼ਹਿਰ ਤੇ ਹਮਲਾ ਹੋ ਗਿਆ। ਫਿਰ ਆਸਟਰੀਆ ਦੀ ਰਾਜਧਾਨੀ ਵਿਆਨਾ 'ਚ ਹੋ ਗਿਆ, ਫਿਰ ਰੂਸ ਵਿੱਚ ਹੋ ਗਿਆ। ਇੰਨੇ ਹਮਲਿਆਂ ਤੋਂ ਬਾਅਦ ਉੱਥੋਂ ਦੀ ਜਿਹੜੀ ਫਰਾਂਸ ਦੀ 에ਅਰ ਫੋਰਸ ਆ, ਉਹਨਾਂ ਨੇ 3 ਦਿਨ ਪਹਿਲਾਂ ਅਫਰੀਕਾ ਦੇ ਵਿੱਚ ਜਾ ਕੇ ਨਾਈਜੀਰੀਆ ਦੇ ਬਿਲਕੁਲ ਨਾਲ ਛੋਟਾ ਦੇਸ਼ ਆ ਮਾਲੀ, ਉਹਦੇ ਵਿੱਚ ਅੱਤਵਾਦੀਆਂ ਉੱਤੇ ਹਮਲਾ ਕੀਤਾ। ਉੱਥੇ ਉਹ ਬਹੁਤ ਵੱਡੀ ਤਾਕਤ ਵਿੱਚ ਨੇ। ਉਹ 50-60 ਜਣੇ ਮੋਟਰਸਾਈਕਲਾਂ ਤੇ ਕਾਫਲਾ ਬਣਾ ਕੇ ਜਾਂਦੇ ਪਏ ਸੀ ਕਿਸੇ ਪਾਸੇ, ਤੇ ਇਹਨਾਂ ਨੇ ਉੱਪਰੋਂ 에ਅਰ ਰੇਡ ਕਰਕੇ ਤੇ ਸਾਰੇ ਉਹ ਮਾਰ ਦਿੱਤੇ ਆ। ਫਰਾਂਸ ਦੀ ਸਰਕਾਰ ਕਹਿੰਦੀ ਹੈ ਜੀ ਜੋ ਮਰਜ਼ੀ ਹੋਵੇ, ਇਹ ਲੜਾਈ ਹੁਣ ਅਸੀਂ ਲੜਾਂਗੇ। ਜੇ ਉਹ ਇਸ ਤਰ੍ਹਾਂ ਦੀ ਲੜਾਈ ਲੜਦੇ ਆ ਤੇ ਇਸ ਲੜਾਈ ਦੇ ਨਾਲ ਅੱਗੋਂ ਜਵਾਬੀ ਕਾਰਵਾਈ ਵੀ ਹੋਣੀ ਆ। ਉਹਦਾ ਕਰਕੇ ਕਿਸੇ ਦੇਸ਼ ਵਿੱਚ ਕਿਤੇ ਤੇ ਕਦੇ ਵੀ ਕੁਝ ਹੋ ਸਕਦਾ। ਇਸ ਕਰਕੇ ਮੈਂ ਇਹ ਬੇਨਤੀ ਕਰੂੰਗਾ ਕਿ ਜਿੱਥੇ ਜੋ ਵੀ ਲੋਕ ਅਸੀਂ ਬੈਠੇ ਆ, ਇਹ ਧਿਆਨ 'ਚ ਰੱਖੀਏ ਕਿ ਕਦੇ ਵੀ ਕਿਤੇ ਹਮਲਾ ਹੋ ਸਕਦਾ। ਉਹੋ ਜਿਹੀਆਂ ਹਾਲਤਾਂ ਤੋਂ ਬਚਣ ਵਾਸਤੇ ਜੋ ਕੁਝ ਹੋ ਸਕਦਾ ਹਰ ਕਿਸੇ ਨੂੰ ਸੁਚੇਤ ਰਹਿਣਾ ਚਾਹੀਦਾ, ਕਿਉਂਕਿ ਅੱਤਵਾਦੀ ਸਿਰ ਪਰੇ ਹੁੰਦੇ, ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਹਮਲਾ ਕਰਦੇ। ਬਿਲਕੁਲ ਪੰਨ ਸਾਹਿਬ, ਬਿਲਕੁਲ ਦਰੁਸਤ ਕਿਹਾ ਤੁਸੀਂ। ਤੇ ਅਖੀਰ ਦੇ ਵਿੱਚ ਸਮਾਂ ਜਿਹੜਾ ਬਹੁਤ ਜ਼ਿਆਦਾ ਸਾਨੂੰ ਵੈਸੇ ਇਜਾਜ਼ਤ ਨਹੀਂ ਦਿੰਦਾ ਹੋਰ ਸਵਾਲ ਪੁੱਛਣ ਦਾ, ਪਰ ਮੈਂ ਜ਼ਰੂਰ ਇੱਕ ਵਾਰੀ ਕਰੋਨਾ ਦੀ ਅਪਡੇਟ ਲੈ ਲਵਾਂ। ਇਸ ਵੇਲੇ ਭਾਰਤ ਦੀਆਂ ਜਿਹੜੀਆਂ ਰਿਪੋਰਟਾਂ ਉਹ ਕੀ ਕਹਿ ਰਹੀਆਂ ਨੇ ਤੇ ਪੰਜਾਬ ਪੱਧਰ ਤੇ ਕੀ ਹਾਲ ਹੈ?
ਦੇਖੋ ਸਭ ਤੋਂ ਵੱਧ ਬੁਰਾ ਹਾਲ ਤਾਂ ਅਮਰੀਕਾ ਦਾ ਹੈ, ਜਿੱਥੇ ਹੁਣ ਤੱਕ 2,40,000 ਲੋਕ ਮਰ ਗਏ ਨੇ। ਬਿਨਾਂ ਸ਼ੱਕ ਜਿਹੜੇ ਦੁਨੀਆ ਭਰ ਦੇ ਵਿੱਚ 12,31,000 ਲੋਕ ਮਰੇ, ਉਹਨਾਂ ਚੋਂ 1,24,000 ਜੇ ਭਾਰਤ ਵਿੱਚ ਮਰ ਗਏ ਨੇ ਤੇ ਇਹਦਾ ਮਤਲਬ 10% ਤੋਂ ਵੱਧ ਤਾਂ ਭਾਰਤ ਵਿੱਚ ਹੀ ਮੌਤਾਂ ਹੋਈਆਂ ਪਈਆਂ ਨੇ। ਭਾਰਤ ਦਾ ਜਿਹੜਾ ਮਹਾਰਾਸ਼ਟਰ ਰਾਜ ਆ ਉਹ ਅਜੇ ਤੱਕ ਕਾਬੂ ਵਿੱਚ ਨਹੀਂ ਆ ਰਿਹਾ। ਹੁਣ ਤੱਕ ਉੱਥੇ 44,500 ਮੌਤਾਂ ਹੋ ਚੁੱਕੀਆਂ ਨੇ। ਤਾਮਿਲਨਾਡੂ ਦੇ ਵਿੱਚ ਬਹੁਤ ਤੇਜ਼ੀ ਨਾਲ ਮੌਤਾਂ ਹੋਈਆਂ ਤੇ ਇਸ ਵੇਲੇ ਤੱਕ ਉੱਥੇ 11,200 ਮੌਤਾਂ ਹੋ ਚੁੱਕੀਆਂ ਨੇ। ਕਰਨਾਟਕਾ ਪਹਿਲਾਂ ਠੀਕ ਠਾਕ ਹੁੰਦਾ ਸੀ, ਉੱਥੇ ਸਥਿਤੀ ਵਿਗੜੀ, 11,200 ਤੋਂ ਵੱਧ ਹੀ ਉੱਥੇ ਹੋ ਗਈਆਂ ਨੇ। ਆਂਧਰਾ ਪ੍ਰਦੇਸ਼ 'ਚ ਬਹੁਤ ਮੌਤਾਂ ਹੋਈਆਂ ਤੇ ਹੁਣ ਤੱਕ ਉੱਥੇ ਜਿਹੜੀਆਂ ਮੌਤਾਂ ਦੀ ਗਿਣਤੀ ਹੈ 6700 ਤੋਂ ਵੱਧ ਹੈ। ਜਿਹੜਾ ਯੂਪੀ ਆ ਉਹਦੇ ਵਿੱਚ ਮੌਤਾਂ ਦੀ ਗਿਣਤੀ 7100 ਤੋਂ ਵੱਧ ਗਈ ਹੈ। ਇਹ ਸਾਰਿਆਂ ਦੀ ਕਰਦੇ ਨੇ। ਪੱਛਮੀ ਬੰਗਾਲ ਦੇ ਵਿੱਚ ਵੀ ਬਹੁਤ ਮੌਤਾਂ ਹੋਈਆਂ, ਹੁਣ ਤੱਕ 7,000 ਤੋਂ ਉੱਥੇ ਵੀ ਵੱਧ ਗਈਆਂ ਨੇ। ਸਾਡੇ ਪੰਜਾਬ ਦੇ ਵਿੱਚ 4,500 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਪਰ ਮੌਤਾਂ ਹੋਣ ਦੀ ਰਫ਼ਤਾਰ ਤੇ ਕੇਸਾਂ ਦੀ ਰਫ਼ਤਾਰ ਪਹਿਲਾਂ ਢਿੱਲੀ ਪੈ ਗਈ ਸੀ। ਆ ਪਿਛਲੇ ਇੱਕ ਹਫ਼ਤੇ ਤੋਂ ਥੋੜੀ ਰਫ਼ਤਾਰ ਫਿਰ ਵੱਧਦੀ ਜਾਪਦੀ ਹੈ। ਇਸ ਵੱਧਦੀ ਰਫ਼ਤਾਰ ਨੂੰ ਕਾਬੂ ਕਰਨ ਵਾਸਤੇ ਸਰਕਾਰ ਕੇਂਦਰ ਦੀ ਵੀ ਤੇ ਪੰਜਾਬ ਦੀ ਵੀ ਲੋਕਾਂ ਨੂੰ ਅਪੀਲਾਂ ਕਰ ਰਹੇ ਨੇ। ਪਰ ਆ ਜਿਹੜੀਆਂ ਐਜੀਟੇਸ਼ਨਾਂ ਚੱਲਦੀਆਂ, ਇੰਨੇ ਲੋਕ ਸੜਕਾਂ ਤੇ ਆ ਗਏ ਨੇ, ਉੱਥੇ ਜੇ ਆਖਿਆ ਜਾਵੇ ਕਿ ਉਹ ਸਾਰਾ ਖਿਆਲ ਰੱਖਣਗੇ, ਹਿਫਾਜ਼ਤ ਕਰਨਗੇ, ਆਪਣੇ ਮੂੰਹ ਤੇ ਮਾਸਕ ਬੰਨ੍ਹ ਕੇ ਰੱਖਣਗੇ, ਬਹੁਤ ਸਾਰੇ ਮਾਮਲਿਆਂ 'ਚ ਅਸੀਂ ਵੇਖਿਆ ਲੋਕ ਨਹੀਂ ਬੰਨ੍ਹਦੇ ਪਏ। ਇਹਦੇ ਨਾਲ ਡਰ ਆ ਕਿਤੇ ਬਿਮਾਰੀ ਫਿਰ ਫੈਲ ਨਾ ਜਾਂਦੀ ਹੋਵੇ। ਜਿੰਨਾ ਕੁ ਹੋ ਸਕੇ ਲੋਕਾਂ ਸਾਰਿਆਂ ਨੂੰ ਆਪੋ ਆਪਣਾ ਬਚਾਅ ਰੱਖਣਾ ਚਾਹੀਦਾ। ਜੀ ਬਹੁਤ ਬਹੁਤ ਸ਼ੁਕਰੀਆ ਪੰਨ ਸਾਹਿਬ ਤੁਹਾਡੇ ਸਮੇਂ ਦੇ ਲਈ। ਆਪਣਾ ਖਾਸ ਖਿਆਲ ਰੱਖਣਾ। ਅਸੀਂ ਅਗਲੇ ਹਫ਼ਤੇ ਫਿਰ ਉਡੀਕਾਂਗੇ ਤੁਹਾਨੂੰ। ਜੀ ਮਿਹਰਬਾਨੀ, ਸ਼ੁਕਰੀਆ ਜੀ। ਸੋ ਪੰਨ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਤੇ ਪੰਜਾਬ ਤੋਂ ਸਾਡੇ ਨਾਲ ਹਰੇਕ ਹਫ਼ਤੇ ਗੱਲਬਾਤ ਕਰਦੇ ਨੇ। ਤੁਸੀਂ ਵੀ ਆਪਣੇ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਹੋ। ਤੁਸੀਂ harjeet.radiospice@gmail.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰਕੇ ਕਦੇ ਵੀ ਕੰਟੈਕਟ ਕਰ ਸਕਦੇ ਹੋ। 2799270270 ਸਾਡੇ ਸਟੂਡੀਓ ਦਾ ਫ਼ੋਨ ਨੰਬਰ ਹੈ। ਜੇਕਰ ਟੋਲ ਫਰੀ ਨੰਬਰ 'ਤੇ ਗੱਲ ਕਰਨਾ ਚਾਹੁੰਦੇ ਹੋ ਤਾਂ 0800 398 ਨੰਬਰ ਯਾਦ ਰੱਖਣਾ। ਮੇਰੇ ਵੱਲੋਂ ਇੱਥੇ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੱਬ ਰਾਖਾ।